Very warm good morning to one and all. Dear students, I am Varun Goyal with a new chapter that is Vector Algebra from the plus 2 class book NCERT. In this chapter, what we have to do? In this chapter, first we will start with intro part. ਪਹਿਲਾਂ ਆਪਾਂ ਡਿਸਕਸ ਕਰਾਂਗੇ what is the vector, vector ਹੁੰਦੇ ਕੀ ਆ, ਸਕੇਲਰ ਕੁਆਂਟੀਟੀਜ਼ ਕੀ ਹੁੰਦੀਆਂ ਨੇ, ਮੈਗਨੀਟਿਊਡ ਕੀ ਹੁੰਦਾ ਵੈਕਟਰਸ ਦਾ, ਲੈਂਥ ਆਫ ਅ ਵੈਕਟਰ ਕੀ ਹੁੰਦੀ ਆ, ਹਰ ਚੀਜ਼ ਆਪਾਂ ਇਹ 'ਚ ਬੇਸਿਕ ਡਿਸਕਸ ਕਰਾਂਗੇ ਪਹਿਲਾਂ। ਆਫਟਰਵਰਡਸ ਨਾਲ ਦੀ ਨਾਲ ਆਪਾਂ ਐਕਸਰਸਾਈਜ਼ ਕੁਐਸਚਨ ਸੋਲਵ ਕਰਾਂਗੇ। ਨॉन ਮੈਡੀਕਲ ਸਟੂਡੈਂਟਸ ਦੇ ਲਈ ਇਹ ਕਾਫੀ ਈਜ਼ੀ ਟੌਪਿਕ ਆ। ਰੀਜ਼ਨ ਕੀ ਹੈ? ਕਿਉਂਕਿ ਫਿਜ਼ਿਕਸ ਦੇ ਵਿੱਚ ਉਹ ਵੈਕਟਰ ਅਲਜਬਰਾ ਬਾਰੇ ਕਾਫੀ ਕੁਝ ਪੜ੍ਹ ਲੈਂਦੇ ਆ। ਬਟ ਦੋ ਸਟੂਡੈਂਟਸ ਹੂ ਆਰ ਹੈਵਿੰਗ ਕਾਮਰਸ, ਜਿਨ੍ਹਾਂ ਕੋਲ ਕਾਮਰਸ ਹੁੰਦੀ ਆ, ਉਹਨਾਂ ਨੂੰ ਵੈਕਟਰ ਬਾਰੇ ਨੌਲੇਜ ਨਹੀਂ ਹੁੰਦੀ। ਇਸ ਲਈ ਥੋੜ੍ਹਾ ਜਿਹਾ ਇੰਟਰੋ ਪਾਰਟ ਆਪਾਂ ਐਕਸਟੈਂਡ ਕਰਕੇ ਪੜ੍ਹਾਂਗੇ ਤਾਂ ਕਿ ਜਿਹੜੇ ਕਾਮਰਸ ਸਟੂਡੈਂਟਸ ਇਸ ਵੀਡੀਓ ਨੂੰ ਵਾਚ ਕਰ ਰਹੇ ਆ ਉਹਨਾਂ ਨੂੰ ਵੈਕਟਰ ਦੀ ਕਲੈਰਿਟੀ ਹੋ ਜੇ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਕੁਆਂਟੀਟੀਜ਼ ਬਾਰੇ ਪੜ੍ਹਦੇ ਹਾਂ। ਕੁਆਂਟੀਟੀਜ਼ ਕੀ ਹੁੰਦੀਆਂ ਨੇ? ਦੇਖੋ ਬੇਟਾ, ਕੁਆਂਟੀਟੀਜ਼ ਪੜ੍ਹਾਂਗੇ ਆਪਾਂ। two types of physical quantities are there. Quantities are there. ਆਪਾਂ ਨੂੰ ਪਤਾ ਵਾ ਦੋ ਤਰ੍ਹਾਂ ਦੀਆਂ ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ ਨੇ। ਨॉन ਮੈਡੀਕਲ ਵਾਲਿਆਂ ਨੂੰ ਬੈਟਰ ਪਤਾ ਵੀ ਦੋ ਤਰ੍ਹਾਂ ਦੀਆਂ ਕਿਹੜੀਆਂ ਹੁੰਦੀਆਂ। ਵਨ ਇਜ਼ ਸਕੇਲਰ ਕੁਆਂਟੀਟੀ ਐਂਡ ਦ ਅਨਦਰ ਵਨ ਇਜ਼ ਵੈਕਟਰ ਕੁਆਂਟੀਟੀ। ਇੱਕ ਹੁੰਦੀ ਹੈ ਸਕੇਲਰ, ਇੱਕ ਹੁੰਦੀ ਹੈ ਵੈਕਟਰ। ਫਰਕ ਕੀ ਹੈ? ਸਕੇਲਰ ਇੱਕ ਕੌਨਸਟੈਂਟ ਆ, ਠੀਕ ਹੈ, ਯਾਨੀ ਕਿ ਕੌਨਸਟੈਂਟ ਮਤਲਬ ਆਪਾਂ ਇਹਦੇ 'ਚ ਕਵਾਂਗੇ, ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰਾਂਗੇ ਮੈਗਨੀਟਿਊਡ। ਉਹ ਚੀਜ਼ਾਂ ਜਿਨ੍ਹਾਂ ਦਾ ਆਪਾਂ ਨੂੰ ਸਿਰਫ ਮੈਗਨੀਟਿਊਡ ਗਿਵਨ ਆ, ਉਹ ਆਪਣੇ ਕੋਲ ਕੀ ਆ ਜਾਂਦੀਆਂ ਨੇ? ਸਕੇਲਰ ਕੁਆਂਟੀਟੀਜ਼ ਆ ਜਾਂਦੀਆਂ ਨੇ। ਠੀਕ ਹੈ, ਤੇ ਵੈਕਟਰ ਕੁਆਂਟੀਟੀਜ਼ ਕੀ ਹੁੰਦੀਆਂ ਨੇ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਮੈਗਨੀਟਿਊਡ ਪਲੱਸ डायरेक्शन एज वेल एज मैगनीट्यूड, ये जिहड़ियां चीज़ां ने ये अपने कोल की है वैक्टर क्वांटिटी। फॉर एग्जांपल आप कह दें इत्थे एक्सेलरेशन, ठीक है, एक्सेलरेशन बारे तुहानूं पता है ये एक वैक्टर क्वांटिटी है। स्केलर क्वांटिटी दे विच की आ जाऊगा? हाइट, या फिर इसी तरह आप हाइट वेट कह सकते हैं। ये चीज़ां हुण देखो, हाइट ਤੁਸੀਂ ਕਦੇ ਵੀ ਜਦੋਂ ਤੁਹਾਨੂੰ ਮੈਂ ਕਿਹਾ ਜਾਂਦਾ ਵਾ ਵੀ ਕਿਸੇ ਬੱਚੇ ਦੀ ਹਾਈਟ ਮੈਜ਼ਰ ਕਰਨੀ ਆ ਤਾਂ ਤੁਸੀਂ ਕਦੇ ਵੀ ਕ੍ਰਾਸ ਕੁਐਸਚਨ ਇਹ ਨਹੀਂ ਰਾਈਜ਼ ਕਰਦੇ ਹੈਗੇ ਵੀ ਇੱਧਰੋਂ ਇੱਧਰ ਮੈਜ਼ਰ ਕਰਨੀ ਆ ਕਿ ਇੱਧਰੋਂ ਇੱਧਰ ਮੈਜ਼ਰ ਕਰਨੀ ਆ। ਮਤਲਬ ਤੁਸੀਂ ਉਹ 'ਚ ਡਾਇਰੈਕਸ਼ਨ ਨਹੀਂ ਪੁੱਛਦੇ ਵੀ ਕਿੱਥੋਂ ਕਿੱਧਰ ਮੈਜ਼ਰ ਕਰਨੀ ਆ। ਹਾਈਟ ਮੀਨਸ ਹਾਈਟ ਹੁੰਦਾ ਵਾ, ਠੀਕ ਹੈ। ਐਕਸਲਰੇਸ਼ਨ ਹੋ ਗਈ ਉਸੇ ਤਰ੍ਹਾਂ ਨਾਲ, ਇਹ ਇੱਕ ਵੈਕਟਰ ਕੁਆਂਟੀਟੀ ਹੈ ਕਿਉਂਕਿ ਆਪਾਂ ਨੂੰ ਮੈਗਨੀਟਿਊਡ ਵੀ ਪਤਾ ਹੁੰਦਾ ਐਜ਼ ਵੈਲ ਐਜ਼ ਆਪਾਂ ਨੂੰ ਡਾਇਰੈਕਸ਼ਨ ਵੀ ਪਤਾ ਹੁੰਦੀ ਹੈ, ਠੀਕ ਹੈ। ਸੋ ਇਹ ਸੀਗੀ ਸਕੇਲਰ ਕੁਆਂਟੀਟੀ, ਦਿਸ ਵਨ ਇਜ਼ ਨੋਨ ਐਜ਼ ਵੈਕਟਰ ਕੁਆਂਟੀਟੀ। ਹੁਣ ਮੈਥੇਮੈਟੀਕਲੀ ਵੈਕਟਰ ਹੁੰਦਾ ਕੀ ਆ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਇਨ ਮੈਥਸ ਦੇ ਵਿੱਚ ਜੇ ਆਪਾਂ ਵੈਕਟਰ ਦੀ ਗੱਲ ਕਰੀਏ, ਵੈਕਟਰ ਕੀ ਹੈ ਇਨ ਮੈਥਸ? ਵੈਕਟਰ ਇਜ਼ ਅ ਡਾਇਰੈਕਟਡ ਲਾਈਨ। ਇੱਕ ਡਾਇਰੈਕਟਡ ਲਾਈਨ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਵੈਕਟਰ in maths, ठीक है। एग्जाम्पल की गल कर लेना। फॉर एग्जाम्पल आई ड्रॉ हेयर अ लाइन, दिस वन विद 2 पॉइंट्स। ये लाइन है 2 पॉइंट्स के नाल, ठीक है। एक पॉइंट का नाम मैं ए रख देना, दूसरे का नाम मैं की रख देना? बी। इत्थे जो ए है दैट ए इज नोन एज इनीशियल पॉइंट, इनीशियल पॉइंट। ते जो बी है दैट पॉइंट इज नोन एज टर्मिनल पॉइंट। इस पॉइंट में आप नाम देवांगे टर्मिनल पॉइंट। इनीशियल पॉइंट, टर्मिनल पॉइंट। एक डायरैक्टड लाइन कितों पता चल रहा भी डायरैक्टड आ ये एरो तो भी किस डायरैक्शन वाल नूं जा रही है, ठीक है। तो इस लाइन का एक फिक्स मैगनीट्यूड भी है। क्यों फिक्स मैगनीट्यूड है? क्योंकि ए पॉइंट तो स्टार्ट हो रही है, बी तो खत्म हो रही है। जिहड़ी चीज़ का आपां नूं स्टार्टिंग तो एंड पता होवे ना, उस चीज़ नूं आपां डायरैक्टड लाइन बोल दिंदे आ ਤੇ उस चीज़ का आप मैगनीट्यूड फाइंड भी कर सकते हैं, ठीक है। तो मैथेमैटिकली एक डायरैक्टड जी लाइन होंगी है जिसका इनीशियल पॉइंट हो एक टर्मिनल पॉइंट हो, उदा दी चीज़ों आप की बोलते हैं? वैक्टर। एंड दिस कैन बी रिटन एज ए बी, लाइक दिस एरो, दिस इज नॉन एज ए बी वैक्टर। एक आप ए बी वैक्टर लिख सकते हैं। इस तो इलावा आप स्मॉल ए और इतने और पा के आप स्मॉल ए वैक्टर, इदा इस तरह भी आप नोटेशन दे सकते हैं वैक्टर की, ठीक है जी। ये उपर जो एरो है दस रहा वा भी दिस साइन रिप्रजेंट हेयर अ वैक्टर। इनू आप कहांगे ए बी वैक्टर और वी कैन से ए वैक्टर। इस तरीके आप रिप्रजेंट करांगे। हुण कईयां ने मन च क्वेश्चन आता होना मैगनीट्यूड हुंदा की है, ठीक है, क्योंकि मैगनीट्यूड बारे मैडिकल नॉन मैडिकल के स्टूडेंट्स नूं पता हो सकता है बट कॉमर्स स्टूडेंट्स डोंट नो मैगनीट्यूड।
मैगनीट्यूड की हुंदा राजे, मैगनीट्यूड का मतलब हुंदा वा लेंथ, ठीक है जी, किसी भी चीज़ की मेजरमेंट, मेजरमेंट और वी कैन से लेंथ। मैगनीट्यूड का मतलब हुंदा या तो मेजरमेंट या फिर की हुंदा वा लेंथ। डायरैक्टेड लाइन जो अपन दित्ती हुंदी है ना, डायरैक्टेड लाइन जो अपने को ए बी आ, जे मैं तुहानूं कहां इहदा मैगनीट्यूड रिप्रजेंट किवें करोगे, फाइंड किवें करना वो बाद दी गल हाले, रिप्रजेंट किवें करोगे तो तुसीं इहनूं रिप्रजेंट करोगे ए बी वैक्टर एंड इट्स मॉडुलस, ठीक है जी। और जे आप स्मॉल ए की नोटेशन यूज़ कर रहे हैं दैट मीनस आप उन्होंने भी इस तरीके नाल डिनोट करांगे। सो ये हो गया अपना इत्थे तक दा मैगनीट्यूड का कॉन्सैप्ट। आफ्टरवर्ड्स हुण आपां पढ़ांगे पोजीशन वैक्टर के बारे, ठीक है जी। पोजीशन वैक्टर के बारे पढ़न के लिए पहलां तुसीं वीडियो नूं पॉज करके इन्ना नोट करो। सो नाउ वी विल डिस्कस पोजीशन वैक्टर, ठीक है। पोजीशन वैक्टर की हुंदा वा उहदे बारे थोड़ी डिस्कशन करते हैं। उस तो पहलां तुहानूं मैं थोड़ा जिहा इहदे नाल दोबारा रिकॉल करवा दा। वैसे तो तुसीं +1 च डायग्राम देख के आ चुके हो। दिस इज़ अ 3 डायमेंशनल ग्राफ से एक्स एक्सिस वाई एक्सिस एज वैल एज Z एक्सिस, ठीक है। तो एक्स वाई Z तुसीं किते भी रोटेट करवा सकते हो, किते भी लिख सकते हो। ज़्यादा बैटर अंडरस्टैंडिंग के लिए यू कैन सी द कॉर्नर ऑफ योर रूम, कॉर्नर देखोगे उतों तुहानूं ये ज़्यादा क्लीयर हो जाएगा, ठीक है। ऑलरेडी वी विल डिस्कस ऑल दीज थिंग्स इन द प्रीवियस क्लासिस, सो ज़्यादा आप इन्हूं डिटेल च नहीं पढ़ांगे ग्राफ नूं भी इहदे 8 ऑक्टेंट होंदे आ या होर बहुत सारी चीज़ां ने जो तुसीं +1 दे विच कर चुके हो। सो नाउ बेटा वट इज़ द पोजीशन वैक्टर, पोजीशन वैक्टर, पोजीशन वैक्टर एक बार मैं तुहानूं वर्बली बोल के दसदा भी हुंदा की है। पोजीशन वैक्टर वो वैक्टर हुंदा वा जिहदा स्टार्टिंग पॉइंट यानी कि जिहड़ा इनीशियल पॉइंट है दैट पॉइंट इज़ अ ओरिजिन एंड द वैल्यू ऑफ ओरिजिन इज़ 0 0 एंड 0, ठीक है जी। यानी कि जिवें हुण चौक है मेरे हाथ दे विच, जे मैं चौक नूं इस तरह प्रोजैक्ट करावां, ये भी एक पोजीशन वैक्टर है। स्टार्टिंग पॉइंट इहदा की हो गया ओरिजिन, इत्थे अपने कोल जो हवा दे विच कोई पॉइंट आ रहा है कोई भी हो सकता, ठीक है। तो हुण आपां 2D प्लेन दे उपर जे पोजीशन वैक्टर नूं ड्रॉ करना तो आपां इहनूं ड्रॉ किस तरह करांगे, लाइक दिस। आई राइट हेयर P, तो मेरे को जो OP है हेयर OP, ये की है पोजीशन वैक्टर आ। हुण O दे कोऑर्डिनेट्स तो मैंने पता नहीं भी 0 0 0 होंगे है। नाउ वट अबाउट द P, P दे बारे आप गल करांगे भी P की है। P दे जिहड़े कोऑर्डिनेट्स ने उन्होंने मैं लिख दिना X Y Z। इत्थे जो Z है दैट इज़ अ स्मॉल z, तुसीं नोटेशन चेंज करनी है, यू कैन चेंज इट ऑल्सो। हुण ये हो गया अपने को पोजीशन वैक्टर। देखो किसी भी वैक्टर का आपां क्या सी भी मैगनीट्यूड जो आप फाइंड करना वा दैट मैगनीट्यूड इज़ वैक्टर एंड दैन इट्स मॉडुलस, यही सीगा ते आपां पढ़ के आए हैं। मैगनीट्यूड हुंदा की है, मैगनीट्यूड मैं तुहानूं की कहा सी की हुंदा वा लेंथ ऑफ द डायरैक्टेड लाइन, ठीक है जी। इनीशियल पॉइंट ते टर्मिनल पॉइंट की लेंथ, 3 कोऑर्डिनेट सिस्टम दे विच +1 दे मैथ दे विच आपां की पढ़ते हैं भी टर्मिनल पॉइंट माइनस इनीशियल पॉइंट ओदा होल स्क्वायर एंड दैन इट्स रूट, वो की हुंदा वा मैगनीट्यूड। यानी कि जे मैं OP वैक्टर दा मैगनीट्यूड फाइंड करना वा दैट मैगनीट्यूड इज़ वट, टर्मिनल पॉइंट माइनस इनीशियल पॉइंट से x माइनस 0 एंड इट्स होल स्क्वायर प्लस नेक्स्ट इज टर्मिनल माइनस इनीशियल दैट मीन्स y माइनस 0। सो आई जस्ट राइट हेयर y minus 0 and its whole square. Again the last point is z minus 0 and its whole square. Afterwards we will put here a root also, ठीक है जी। आप इत्थे रूट लिखांगे। रूट लगान लगे एक चीज़ का ध्यान रखना वा, ये रूट इदा फोल्ड करना पूरा प्रॉपर। सम स्टूडेंट्स आर डूइंग रूट ड्रॉ रूट लाइक दिस, इदा रूट वो डिनोट कर देंगे कॉपीज़ दे विच। दैट इज़ कंप्लीटली अ रॉन्ग नोटेशन, क्योंकि जो ये नोटेशन है ये मैथेमैटिकली गामा फंक्शन होंदा है। गामा फंक्शन जो कि तुसी ग्रैजुएशन सैकेंड ईयर जाके पढ़ोगे भी गामा फंक्शन होंदा की है डिफरेंशियल इक्वेशन का, ठीक है। तो गामा फंक्शन की नोटेशन ना बनाया करो, क्वेश्चन क्रॉस हो जाता वा। सो बैटर आ भी रूट नूं प्रॉपर तरीके नाल मेजर करो। नाउ वट इज़ द मेजरमेंट ऑफ x माइनस 0, दैट इज़ द ओनली वन x and its square. What is the measurement of y minus 0, that is only y and its square. What is the measurement of z minus 0, that is the only z square and its root. सो OP वैक्टर का जो अपने को आया वा मैगनीट्यूड वो की आ गया x स्क्वायर y स्क्वायर z स्क्वायर एंड इट्स एग्जैक्ट रूट। हुण आपां पोजीशन वैक्टर के मैगनीट्यूड नूं डिनोट करन दे लई आपां की करांगे, इहनूं आपां डिनोट करया करांगे हमेशा R वैक्टर दे नाल। R दे नाल तुसीं मॉडुलस यूज़ कर भी सकते हो, नहीं भी कर सकते, दोनों चीज़ां ही ने।
In some books they are using mod, but in so many books they are not using mod. They just write this notation. If we follow our NCERT book, NCERT represent only R vector. So R vector can be written as x square, y square, z square. Vector and position vector ਦੇ ਵਿੱਚ difference ਕੀ ਆ? Vector ਤੇ position vector 'ਚ difference ਸਿਰਫ ਇੰਨਾ ਹੀ ਆ ਵੀ ਵੈਕਟਰ ਕੋਈ ਵੀ ਲਾਈਨ ਹੋ ਸਕਦੀ ਹੈ ਜਿਹੜੀ ਡਾਇਰੈਕਟਡ ਹੋਵੇ। ਪੋਜੀਸ਼ਨ ਵੈਕਟਰ ਦੇ ਵਿੱਚ ਕੀ ਡਿਫਰੈਂਸ ਆ ਵੀ ਉਹ ਓਰੀਜਨ ਤੋਂ ਸਟਾਰਟ ਹੋ ਕੇ ਪੀ ਪੁਆਇੰਟ ਤੱਕ ਆਪਾਂ ਨੂੰ ਮਿਲੂਗਾ ਹੀ ਮਿਲੂਗਾ, ਠੀਕ ਹੈ ਜੀ। ਸੋ ਇਹ ਸੀਗਾ ਆਪਣੇ ਕੋਲੇ ਕਨਸੈਪਟ ਪੋਜੀਸ਼ਨ ਵੈਕਟਰ ਤੱਕ ਦਾ। ਹੁਣ ਆਪਾਂ ਇਸੇ ਡਾਇਗਰਾਮ ਤੋਂ ਪੜਾਂਗੇ ਕਨਸੈਪਟ ਆਫ ਡਾਇਰੈਕਸ਼ਨ, ਕੋਸਾਈਨਸ ਐਂਡ ਡਾਇਰੈਕਸ਼ਨ ਰੇਸ਼ੀਓਜ਼, ਠੀਕ ਹੈ ਜੀ। ਡਾਇਰੈਕਸ਼ਨ, ਕੋਸਾਈਨਸ ਐਂਡ ਡਾਇਰੈਕਸ਼ਨ ਰੇਸ਼ੀਓ, DRDC ਦਾ ਕਨਸੈਪਟ ਆਪਾਂ ਇੱਥੋਂ ਪੜਨ ਜਾ ਰਹੇ ਹਾਂ ਹੁਣ, ਠੀਕ ਹੈ। ਹੁਣ ਦੇਖੋ ਰਾਜੀ, ਜੋ ਇਹ ਲਾਈਨ ਹੈ, ਠੀਕ ਹੈ, OP, ਇਹ x ਐਕਸਿਸ ਦੇ ਨਾਲ ਕੋਈ ਨਾ ਕੋਈ ਐਂਗਲ ਬਣਾਊਗੀ, ਠੀਕ ਹੈ ਜੀ। ਇਹ y ਐਕਸਿਸ ਦੇ ਨਾਲ ਕੋਈ ਨਾ ਕੋਈ ਐਂਗਲ ਬਣਾਊਗੀ, ਐਜ਼ ਵੈਲ ਐਜ਼ ਇਹ z ਐਕਸਿਸ ਦੇ ਨਾਲ ਵੀ ਕੋਈ ਨਾ ਕੋਈ ਐਂਗਲ ਬਣਾਊਗੀ, ਠੀਕ ਹੈ। ਤਾਂ ਮੈਂ ਕੀ ਕੀਤਾ, ਆਈ ਰਾਈਟ ਹੇਅਰ ਵੀ x ਐਕਸਿਸ ਦੇ ਨਾਲ ਅਲਫਾ ਐਂਗਲ ਬਣਾ ਰਹੀ ਆ, y ਐਕਸਿਸ ਦੇ ਨਾਲ ਬੀਟਾ ਐਂਗਲ ਬਣਾ ਰਹੀ ਆ, z ਐਕਸਿਸ ਦੇ ਨਾਲ ਗਾਮਾ। ਆਪਾਂ ਡਾਇਰੈਕਸ਼ਨ ਕੋਸਾਈਨ ਦੀ ਗੱਲ ਕਰਦੇ ਹਾਂ। ਕੋਸਾਈਨ ਕੀ ਹੁੰਦਾ? cos ਥੀਟਾ, ਠੀਕ ਹੈ। ਤਾਂ ਆਈ ਰਾਈਟ ਹੇਅਰ cos ਅਲਫਾ, x ਐਕਸਿਸ ਦੇ ਨਾਲ ਅਲਫਾ ਐਂਗਲ ਬਣਾਊਗੀ। ਤੁਸੀਂ ਬੀਟਾ ਦੀ ਡਾਇਗਰਾਮ ਨੂੰ ਕੰਸੀਡਰ ਕਰੋ, ਮੰਨ ਕੇ ਚਲੋ ਵੀ x ਐਕਸਿਸ ਹੀ ਆ, ਕਿਉਂਕਿ ਆਪਾਂ x y z ਕਿਤੇ ਵੀ ਲਿਖ ਸਕਦੇ ਹਾਂ। ਤਾਂ ਜਦੋਂ ਮੈਂ ਇਸ ਡਾਇਗਰਾਮ ਦੀ ਗੱਲ ਕਰੂੰਗਾ ਨਾ, ਇੱਥੋਂ ਮੈਂ ਇੱਕ ਲਾਈਨ ਡ੍ਰੌਪ ਕਰ ਲਈ ਇੱਦਾਂ, ਤਾਂ ਤੁਹਾਨੂੰ ਇਹ ਜਿਹੜੀ ਸ਼ੇਪ ਆ ਕਿੱਦਾਂ ਦੀ ਸ਼ੇਪ ਲੱਗ ਰਹੀ ਹੈ? ਇਟ ਲੁੱਕ ਲਾਈਕਸ ਅ ਰਾਈਟ ਐਂਗਲ ਟ੍ਰਾਇੰਗਲ, ਠੀਕ ਹੈ ਨਾ। ਡਾਇਰੈਕਟਲੀ ਇੱਕ ਲਾਈਨ ਲਗਾ ਲਈ, 90 ਦਾ ਐਂਗਲ ਦਿਖ ਰਿਹਾ ਇੱਥੇ ਮੈਨੂੰ ਪਤਾ ਥੀਟਾ ਦੇ ਸਾਹਮਣੇ ਕੀ ਹੁੰਦਾ? ਪਰਪੈਂਡੀਕੂਲਰ ਹੁੰਦਾ ਵਾ, ਓਕੇ। ਥੀਟਾ ਦੇ ਸਾਹਮਣੇ ਪਰਪੈਂਡੀਕੂਲਰ ਹੁੰਦਾ, ਯਾਨੀ ਕਿ ਆ ਮੇਰਾ ਪਰਪੈਂਡੀਕੂਲਰ ਹੋ ਗਿਆ, ਤੇ ਆ ਨੀਚੇ ਵਾਲਾ ਫਿਰ ਓਬਵੀਅਸਲੀ ਗੱਲ ਹੈ ਬੇਸ ਹੋਊਗਾ ਫਿਰ। ਤੇ ਆ ਵਿਚਾਰੀ ਜੋ ਬਲੂ ਲਾਈਨ ਬਚ ਗਈ, ਇਹਨੂੰ ਫਿਰ ਆਪਾਂ ਕੁਝ ਹੋਰ ਤਾਂ ਕਹਿ ਨਹੀਂ ਸਕਦੇ, ਦੈਟ ਇਜ਼ ਓਨਲੀ ਹਾਈਪੋਟੇਨਸ। cos ਥੀਟਾ ਕੀ ਹੁੰਦਾ? 10th ਕਲਾਸ ਦੇ ਵਿੱਚ ਆਪਾਂ ਫਾਰਮੂਲੇ ਪੜ੍ਹ ਕੇ ਆਉਂਦੇ ਹਾਂ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ ਵਾਲੇ, ਠੀਕ ਹੈ। ਉਹ ਟੇਬਲ ਸਾਰੇ ਬੱਚਿਆਂ ਨੂੰ ਟਿਪਸ ਤੇ ਹੋ ਗਿਆ ਹੋਣਾ, ਯਾਦ ਵੀ ਹੋਣਾ ਕਾਫੀ ਬੱਚਿਆਂ ਨੂੰ। ਸੋ ਉਸ ਫਾਰਮੂਲੇ ਦੇ ਅਕੋਰਡਿੰਗ cos ਥੀਟਾ ਕੀ ਹੁੰਦਾ ਵਾ? ਬੇਸ ਅਪੋਨ ਹਾਈਪੋਟੇਨਸ। ਬੇਸ, ਵਟ ਇਜ਼ ਦ ਵੈਲਿਊ ਆਫ ਦਿਸ ਬੇਸ? ਆ ਬੇਸ ਹੈ, ਆ ਜੋ ਮੈਂ ਗ੍ਰੀਨ ਲਾਈਨ ਕੀਤੀ ਹੈ। ਬੇਸ ਇੱਦਾਂ ਨਹੀਂ ਵੀ ਜ਼ਿਗਜ਼ੈਗ ਬਣਾ ਰਿਹਾ ਮੈਂ, ਜਸਟ ਹਾਈਲਾਈਟ ਕੀਤਾ ਵਾ, ਦਿਸ ਰਿਪਰੈਜ਼ੈਂਟ ਆ ਬੇਸ ਹੇਅਰ। ਤਾਂ ਜੋ ਬੇਸ ਆ ਇਹਦੀ ਵੈਲਿਊ, ਜੇ ਇਹ y ਐਕਸਿਸ ਦੇ ਉੱਪਰ ਆ ਤਾਂ ਇਹਦੀ ਵੈਲਿਊ y ਚੂਜ਼ ਕਰ ਲਓ, x ਐਕਸਿਸ ਦੇ ਬੇਸ ਦੀ ਗੱਲ ਕਰਾਂਗੇ ਤਾਂ x ਚੂਜ਼ ਕਰਾਂਗੇ। ਤਾਂ ਬੇਸ ਕਿੰਨਾ ਵਾ ਇੱਥੇ ਆਪਣੇ ਕੋਲ? x ਅਪੋਨ ਹਾਈਪੋਟੇਨਸ। ਹਾਈਪੋਟੇਨਸ ਕੀ ਆ? OP। ਆਈ ਰਾਈਟ ਹੇਅਰ OP ਵੈਕਟਰ ਐਂਡ ਇਟਸ ਮੋਡੂਲਸ। ਹੁਣ ਤੁਸੀਂ ਕਹੋਗੇ ਮੋਡੂਲਸ ਕਿਉਂ ਲਿਖਿਆ, ਇਹ ਕਿੱਥੋਂ ਆਇਆ? ਬੇਟਾ ਆਪਾਂ ਜਦੋਂ ਇੱਥੇ ਲਿਖਦੇ ਹਾਂ ਤਾਂ ਆਪਾਂ ਲੈਂਥ ਹੀ ਲਿਖਦੇ ਹੁੰਦੇ ਹਾਂ। ਆਹ ਲਾਈਨ ਦੀ ਲੈਂਥ x ਆ, ਆਹ ਲਾਈਨ ਦੀ ਲੈਂਥ ਕੀ ਆ? OP ਵੈਕਟਰ ਦਾ ਮੋਡੂਲਸ। ਤੇ OP ਵੈਕਟਰ ਦਾ ਮੋਡੂਲਸ ਹੈ ਕੀ ਸੀ? ਦੈਟ ਇਜ਼ ਅ R ਵੈਕਟਰ। ਇਟ ਮੀਨਸ ਆਪਾਂ ਇਹਨੂੰ ਲਿਖਾਂਗੇ x ਅਪੋਨ R ਵੈਕਟਰ, ਠੀਕ ਹੈ ਜੀ। ਇਹ ਤਾਂ ਹੋ ਗਿਆ cos ਅਲਫਾ ਦਾ ਕੰਸੈਪਟ। ਸਿਮਿਲਰਲੀ ਆਪਾਂ ਜਦੋਂ ਕੰਸੈਪਟ ਲਿਖਾਂਗੇ cos ਬੀਟਾ ਦਾ, cos ਬੀਟਾ, ਬੀਟਾ ਐਂਗਲ ਕਿਹਦੇ ਨਾਲ ਬਣ ਰਿਹਾ? y ਐਕਸਿਸ ਨਾਲ। ਹੁਣ ਤੁਸੀਂ ਕਹੋਗੇ ਟ੍ਰਾਇੰਗਲ ਤਾਂ y ਐਕਸਿਸ ਨਾਲ ਬਣਾਈ ਸੀ, ਲਿਖ x ਐਕਸਿਸ ਦਾ ਦਿੱਤਾ, ਅਸੀਂ z ਦਾ ਲਿਖ ਦਾਂਗੇ। ਬੇਟਾ ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕੀਤਾ ਵੀ ਆਹ ਜੋ ਲਾਈਨ ਆ ਨਾ, ਉਹ ਇੱਦਾਂ ਦੀ ਲਾਈਨ ਆ, ਕੋਈ ਇੱਦਾਂ ਦੀ ਲਾਈਨ ਆ ਤਾਂ ਟ੍ਰਾਇੰਗਲ ਆਪਾਂ ਕਿਸੇ ਵੀ ਏਰੀਏ 'ਚ ਉਹਦੀ ਪ੍ਰੋਜੈਕਸ਼ਨ ਦੇ ਨਾਲ ਬਣਾ ਸਕਦੇ ਹਾਂ। ਇੱਦਾਂ ਇਹ ਟ੍ਰਾਇੰਗਲ ਆ, ਇੱਥੋਂ ਇੱਕ ਲਾਈਨ ਇੱਦਾਂ ਆਊਗੀ, ਦੈਟ ਇਜ਼ ਦਾ ਹਾਈਪੋਟੇਨਸ। ਤਾਂ ਉਸ ਤਰੀਕੇ ਨਾਲ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। cos ਬੀਟਾ ਕਿੰਨਾ ਆ ਜਾਊਗਾ? ਸਿਮਿਲਰਲੀ y ਅਪੋਨ R ਵੈਕਟਰ। ਐਂਡ ਵਾਟ ਅਬਾਊਟ ਦਾ cos ਗਾਮਾ? ਦੈਟ ਇਜ਼ ਅਗੇਨ small z upon R vector. So cos alpha, cos beta as well as cos gamma, ਇਹ ਤਿੰਨ ਚੀਜ਼ਾਂ ਆਪਣੇ ਕੋਲ ਆ ਚੁੱਕੀਆਂ ਨੇ in the form of x y z upon R vector. ਇਹ ਹੋ ਗਏ ਤੁਹਾਡੇ ਬੇਟਾ ਡਾਇਰੈਕਸ਼ਨ ਕੋਸਾਈਨਸ, ਠੀਕ ਹੈ। ਡਾਇਰੈਕਸ਼ਨ ਕੋਸਾਈਨਸ ਤੋਂ ਬਾਅਦ ਹੁਣ ਬੇਟਾ ਆਪਾਂ cos alpha beta gamma ਬਾਰ-ਬਾਰ ਲਿਖਣ ਦੀ ਜਗ੍ਹਾ ਆਪਾਂ ਇਹਨਾਂ ਨੂੰ ਇੱਕ ਨੇਮ ਦੇਵਾਂਗੇ, that is L, that is M and this one is N according to the NCERT definition। ਆਪਾਂ ਇਹਨਾਂ ਨੂੰ L M N ਦੇ ਨਾਮ ਨਾਲ ਡਿਨੋਟ ਕਰਾਂਗੇ। ਤਾਂ L ਦੀ ਵੈਲਿਊ ਕਿੰਨੀ ਆ ਜੂਗੀ ਆਪਣੇ ਕੋਲ? x by R ਵੈਕਟਰ। M ਦੀ ਵੈਲਿਊ ਆ ਜੂਗੀ ਆਪਣੇ ਕੋਲ y by R ਵੈਕਟਰ। ਐਂਡ ਵਾਟ ਅਬਾਊਟ ਦਾ N? ਦੈਟ ਇਜ਼ ਦਾ z by R ਵੈਕਟਰ। L M N ਤਿੰਨਾਂ ਦੀ ਆਪਾਂ ਨੂੰ ਕੀ ਮਿਲ ਗਈ? ਵੈਲਿਊ ਮਿਲ ਗਈ। ਹੁਣ ਬੇਟਾ ਡਾਇਰੈਕਸ਼ਨ ਰੇਸ਼ੀਓਜ਼, ਡਾਇਰੈਕਸ਼ਨ ਰੇਸ਼ੀਓਜ਼ ਕੀ ਹੁੰਦੀਆਂ ਨੇ? ਹੁਣ ਆਪਾਂ ਉਹਦੇ ਬਾਰੇ ਦੇਖਦੇ ਹਾਂ। Direction ratios are the number ABC such that they are proportional to direction cosines. Directional ratios are the numbers, say ABC,
ये तीन नंबर ने ए बी सी विच आर डायरैक्टली proportional to direction cosines डायरैक्शन कोसाइनस ਦੇ डायरैक्टली ਪ੍ਰੋਪੋਰਸ਼ਨਲ ਜਿਹੜੇ ਨੰਬਰ ਆਉਂਦੇ ਆ ਉਹਨਾਂ ਨੰਬਰਸ ਨੂੰ ਆਪਾਂ ਕੀ ਬੋਲਦੇ ਆ डायरैक्शन ਰੇਸ਼ੀਓਜ਼ दैट मीन्स ਮੇਰੇ ਕੋਲ ਜੋ ਰਿਜ਼ਲਟ ਆਊਗਾ a ਤਾਂ a ਜਿਹੜਾ ਨੰਬਰ ਹੈ ਉਹ ਮੇਰੇ ਕੋਲ ਨੰਬਰ ਉਹ ਬਣੂਗਾ दैट ਨੰਬਰ इज a ਮੇਰੇ ਕੋਲ ਨੰਬਰ ਹੈ ਉਹ ਬਣੇਗਾ LR B जो बनेगा वो बनेगा MR तो C बनेगा मेरे को NR इत्थों नहीं क्लीयर हो रहा इट्स ओके आप नैक्सट कॉन्सैप्ट करांगे A by L वी कैन राइट इट एज A by L इज इक्वल्स टू B by M इज इक्वल टू C by N इक्वल टू सम कॉन्स्टेंट K इदा लिख लो ठीक है ये हो गया अपने को डायरैक्शन डायरैक्टली प्रपोर्शनल हो गए डायरैक्टली प्रपोर्शनल किवें हो गए LMN ही लिखिया सी आपां डायरैक्टली प्रपोर्शनल आ तां मतलब आपां इदां लिखांगे इहनूं A इज इक्वल टू 1 by L B इज इक्वल टू 1 by N इस तरह ते ये सम कॉन्स्टेंट जरूरी नहीं भी वो 1 by होणगे डायरैक्टली प्रपोर्शनल दा साइन हटा के हमेशा आपां कॉन्स्टेंट लगाने हुंदे आ आई राइट दैट कॉन्स्टेंट एज अ K ठीक है जी तो इत्थे मैं वो कॉन्स्टेंट नूं की नाम दिता K नाम दिता सो इत्थे आके अपने कोले हो जांदा खत्म हुण आपां करांगे रिलेशन बिटवीन एल एम एंड एन एल एम एन दे विच की रिलेशन आ उहदे बारे थोड़ी जी डिस्कशन करांगे टिल द टाइम तुसीं ये थोड़ा नोट करो वीडियो पॉज करके आपां नैक्सट स्टार्ट करते हैं नाउ वी आर गोइंग टू राइट रिलेशन बिटवीन एल एम एन दा रिलेशन की है सीधा ही लिखदा आई जस्ट राइट हियर एल स्क्वायर M स्क्वायर एज वैल एज N स्क्वायर इक्वल टू 1 होंदा है ये है रिलेशन हुण तुसीं सोचोगे भी ये कित्थों आया किवें आया ते क्यों आया है ना सो आपां LMN दा जो ये रिलेशन है इहनूं लिखदे आ इक्वल टू 1 तो 1 दे इक्वल किद्दां आया देखो L दी वैल्यू मैं की बोली सी याद है X बाय R वैक्टर यही बोलिया सी एंड इट्स स्क्वायर M दी वैल्यू सी अपने कोल Y बाय R वैक्टर एंड इट्स स्क्वायर प्लस Z दी वैल्यू N दी वैल्यू मैं बोली सी that is z by r vector and its square is equal to 1 यही सी ना तो हुण इत्थों बनूगा कि इत्थे हैगा x इत्थे y है इत्थे z है नीचे ते इन्हां दे की है r vector दा होल स्क्वायर ऊपर आ जाएगा मेरे को x स्क्वायर y स्क्वायर इत्थे आपां इहनूं 2 प्रूव करना 1 दे इक्वल सो लैके नहीं चलदे आपां लैफ्ट हैंड साइड लिख लैंदे इत्थे x स्क्वायर y स्क्वायर z स्क्वायर ते नीचे आएगा मेरे को r दी वैल्यू दैट इज x स्क्वायर y स्क्वायर Z स्क्वायर एंड इट्स होल स्क्वायर किसी भी रूट का स्क्वायर करांगे तो अल्टीमेट आंसर जो आएगा दैट इज द आंसर ओनली एक्स स्क्वायर वाई स्क्वायर जेड स्क्वायर अपॉन एक्स स्क्वायर वाई स्क्वायर एज वेल एज जेड स्क्वायर कैंसल आउट एंड वी विल गेट हेयर द आंसर 1 इस तरीके नाल जो ये रिलेशन है डिफाइन किया ये रिलेशन अपने तुसी माइंड च याद नहीं रखना वो फॉर्मूला ड्राइव किमें होया रिलेशन बनया किमें थोनों मैं नाल दी नाल करवांदा जाऊँगा ठीक है जी तो ये रिलेशन हो गया अपने को रिलेशन तो बाद हुण आपां की पढ़ना वा टाइप्स ऑफ अ वैक्टर पढ़ांगे ठीक है टाइप्स ऑफ अ वैक्टर आपां थोड़ा साइड से स्टार्ट कर लेने टाइप्स ऑफ वैक्टर एक तो आपां पढ़ ही चुके हैं पोजीशन वैक्टर स्टार्टिंग पॉइंट की हुंदा उहदे च ओरिजिन टर्मिनल पॉइंट कोई भी हो सकता ठीक है इट कैन बी एनी इन द प्लेन 3D प्लेन टाइप्स ऑफ अ वैक्टर दे विच सब तो पहली जो टाइप आती है दैट इज द जीरो वैक्टर जीरो वैक्टर बेटा नाम तो ही क्लियर है जीरो वैक्टर का मतलब की हो गया हैविंग मैग्नीट्यूड जीरो जिहदा मैग्नीट्यूड जीरो होगा ठीक है डायरैक्शन भी एनी डायरैक्शन एनी हुण तुसीं कहोगे भी डायरैक्शन एनी मैग्नीट्यूड जीरो कोई एग्जाम्पल है ना थोड़ा जिहा माइंड च आ जाता भी एग्जाम्पल हो तो ज़्यादा बैटर समझ लगता है एक लाइन बना लेने आपां आई राइट लाइक दिस वन आई पुट हेयर पॉइंट्स ए एंड बी ये पूरा ए बी वैक्टर आ तो जे मैं जीरो वैक्टर ये चो मैं जीरो वैक्टर दसना हो तो मैं वो दसूँगा ए वैक्टर ठीक है जी ए वैक्टर की एक सिंगल पॉइंट ते पहुँच गए आप सिंगल पॉइंट का अपने आप नाल कोई डिस्टेंस नहीं होंदा इट मीनस इट्स मैग्नीट्यूड इज जीरो
डायरैक्शन ਇਹਦੀ ਕੋਈ ਮਰਜ਼ੀ ਹੋਈ ਜਾਵੇ। ਹੁਣ ਡਾਟ ਹੈ, ਡਾਟ ਤਾਂ ਕਿਤੇ ਵੀ ਹੋ ਸਕਦੀ 3D ਪਲੇਨਸ, ਉਸ ਤਰੀਕੇ ਨਾਲ ਆਪਾਂ ਇਹਨੂੰ ਡਿਫਾਈਨ ਕਰਾਂਗੇ ਜ਼ੀਰੋ ਵੈਕਟਰ ਨੂੰ। ਜ਼ੀਰੋ ਵੈਕਟਰ ਤੋਂ ਬਾਅਦ ਆਉਂਦਾ ਆਪਣੇ ਕੋਲ ਯੂਨਿਟ ਵੈਕਟਰ। ਯੂਨਿਟ ਵੈਕਟਰ, ਹੁਣ ਯੂਨਿਟ ਵੈਕਟਰ ਅਜੇ ਕੀ ਹੁੰਦਾ? ਹੁਣ ਤੁਸੀਂ ਕਹੋਗੇ ਜ਼ੀਰੋ ਵੈਕਟਰ 0 ਹੁੰਦਾ, ਯੂਨਿਟ ਵੈਕਟਰ 1 ਹੁੰਦਾ ਹੋਊਗਾ। ਯੈਸ ਆਫ ਕੋਰਸ ਇਟ ਇਜ਼ ਰਾਈਟ। ਸੋ ਯੂਨਿਟ ਵੈਕਟਰ ਕੀ ਹੁੰਦਾ ਵਾ? ਮੈਗਨੀਟਿਊਡ 1, ਠੀਕ ਹੈ ਜੀ। ਜਿਹਦਾ ਮੈਗਨੀਟਿਊਡ 1 ਹੋਵੇ ਉਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਮੈਗਨੀਟਿਊਡ 1 ਵਾਲਾ ਤੁਸੀਂ ਕਹੋਗੇ ਵੀ ਉਹ ਕੀ ਹੁੰਦਾ ਵਾ? ਥੋੜਾ ਜਿਹਾ ਹਿੰਟ ਦੇ ਦੇਣਾ। 0 I ਕੈਪ, 0 J ਕੈਪ, 1 K ਕੈਪ। ਵੈਕਟਰ ਜੋ ਬੱਚੇ ਨਾਨ ਮੈਡੀਕਲ ਵਾਲੇ ਆ ਉਹਨਾਂ ਨੂੰ ਪਤਾ ਵੀ ਵੈਕਟਰ ਨੂੰ ਇਦਾਂ ਲਿਖਦੇ ਆ ਆਪਾਂ, ਠੀਕ ਹੈ। ਲਿਖਤਾ ਵੈਕਟਰ ਨੂੰ, ਇਹਦਾ ਮੈਗਨੀਟਿਊਡ ਕੱਢੋਗੇ ਤਾਂ ਆਨਸਰ ਕਿੰਨਾ ਆਏਗਾ ਆਪਣੇ ਕੋਲ? ਦੈਟ ਆਨਸਰ ਇਜ਼ ਆਲਵੇਜ਼ 1, ਕਿਉਂਕਿ 0 ਦਾ ਸਕੁਆਇਰ 0 ਹੁੰਦਾ, 0 ਦਾ ਸਕੁਆਇਰ 0 ਹੁੰਦਾ, 1 ਦਾ ਸਕੁਆਇਰ 1 ਹੁੰਦਾ। 0 + 0 + 1 ਅਲਟੀਮੇਟ ਆਨਸਰ ਇਜ਼ 1। ਤਾਂ ਯੂਨਿਟ ਵੈਕਟਰ ਹੁੰਦਾ ਵਾ ਹੈਵਿੰਗ ਮੈਗਨੀਟਿਊਡ 1 ਐਂਡ ਡਿਨੋਟਡ ਬਾਈ ਜੇ ਮੰਨ ਲਓ ਆ ਪੂਰੇ ਵੈਕਟਰ ਦੀ ਵੈਲਿਊ a ਵੈਕਟਰ ਹੈ ਤਾਂ ਯੂਨਿਟ ਵੈਕਟਰ ਨੂੰ ਆਪਾਂ ਡਿਨੋਟ ਕਰਿਆ ਕਰਾਂਗੇ ਹਮੇਸ਼ਾ a ਕੈਪ ਦੇ ਨਾਲ, ਠੀਕ ਹੈ। ਯੂਨਿਟ ਵੈਕਟਰ ਦੇ ਬਾਰੇ ਹੋਰ ਬਹੁਤ ਸਾਰੇ ਕਨਸੈਪਟ ਨੇ ਵੀ ਕਿਸੇ ਵੈਕਟਰ ਦਾ ਯੂਨਿਟ ਵੈਕਟਰ ਕਿਵੇਂ ਕੱਢਦੇ ਹੁੰਦੇ ਆਪਾਂ। ਕੱਲਾ ਯੂਨਿਟ ਵੈਕਟਰ ਕੀ ਹੁੰਦਾ ਉਹ ਤੁਹਾਨੂੰ ਮੈਂ ਦੱਸਤਾ। ਕਿਸੇ ਵੈਕਟਰ ਦਾ ਯੂਨਿਟ ਵੈਕਟਰ ਕੀ ਆ ਉਹ ਆਪਾਂ ਜਿਵੇਂ ਆਪਾਂ ਅੱਗੇ ਚੱਲੀ ਜਾਵਾਂਗੇ ਤੁਹਾਨੂੰ ਮੈਂ ਐਕਸਪਲੇਨ ਕਰਦਾ ਜਾਊਂਗਾ। ਯੂਨਿਟ ਵੈਕਟਰ ਤੋਂ ਬਾਅਦ ਨੈਕਸਟ ਜੋ ਆਪਣੇ ਕੋਲ ਟਾਈਪ ਆਉਂਦੀ ਆ, ਦੈਟ ਟਾਈਪ ਇਜ਼ ਕੋ ਇਨੀਸ਼ੀਅਲ ਵੈਕਟਰ। ਨੈਕਸਟ ਟਾਈਪ ਆਉਂਦੀ ਹੈ ਆਪਣੇ ਕੋਲ ਕੋ ਇਨੀਸ਼ੀਅਲ ਵੈਕਟਰ। ਹਾਂਜੀ, ਕੋ ਇਨੀਸ਼ੀਅਲ ਵੈਕਟਰ ਨਾਮ ਤੋਂ ਕਲੀਅਰ ਹੈ। ਕੋ ਕਾਮਨ, ਇਨੀਸ਼ੀਅਲ ਦਾ ਮਤਲਬ ਕੀ ਹੁੰਦਾ? ਸਟਾਰਟਿੰਗ ਪੁਆਇੰਟ, ਕਾਮਨ ਇਨੀਸ਼ੀਅਲ ਪੁਆਇੰਟ, ਠੀਕ ਹੈ ਜੀ। ਯਾਨੀ ਕਿ ਡਾਇਗਰਾਮੈਟਿਕਲੀ ਦੱਸ ਦਿੰਦਾ ਸਿੱਧਾ ਜਿਹਾ, ਕੋਈ ਜ਼ਿਆਦਾ ਲੰਬਾ ਚੌੜਾ ਕੰਸੈਪਟ ਨਹੀਂ ਹੈ। A ਵੈਕਟਰ ਐਂਡ B ਵੈਕਟਰ ਆਰ ਸੈਡ ਟੂ ਬੀ ਕੋ ਇਨੀਸ਼ੀਅਲ ਵੈਕਟਰ ਇਫ ਦੇ ਆਰ ਹੈਵਿੰਗ ਸੇਮ ਇਨੀਸ਼ੀਅਲ ਪੁਆਇੰਟ, then they are known as co-initial vector। afterwards ਆਂਦਾ ਆਪਣੇ ਕੋਲੇ ਕੋਲੀਨੀਅਰ ਵੈਕਟਰਸ, ਠੀਕ ਹੈ ਜੀ। ਕੋਲੀਨੀਅਰ ਵੈਕਟਰ, ਕੋਲੀਨੀਅਰ ਵੈਕਟਰਸ ਕਿਹੜੇ ਹੁੰਦੇ ਆ? ਡਾਇਗਰਾਮੈਟਿਕਲੀ ਇਹਨੂੰ ਸਮਝ ਲੈਂਦੇ ਆ ਆਪਾਂ, ਠੀਕ ਹੈ ਜੀ। ਟੂ ਵੈਕਟਰਸ ਆਰ ਸੈਡ ਟੂ ਬੀ ਕੋਲੀਨੀਅਰ ਇਫ ਦੇ ਆਰ ਕੋਇਨਸਾਈਡ, ਜਾਂ ਤਾਂ ਵੈਕਟਰ ਇੱਕ ਦੂਜੇ ਦੇ ਉੱਪਰ ਹੀ ਆ ਜਾਣ, ਠੀਕ ਹੈ ਜੀ। ਜਾਂ ਫਿਰ ਕੀ ਹੋਵੇ, ਉਹ ਦੋਨੋਂ ਵੈਕਟਰ ਆਪਸ 'ਚ ਕੀ ਹੋਣੇ ਚਾਹੀਦੇ? ਪੈਰਲਰ। ਡਜ਼ਨਟ ਮੈਟਰ ਡਾਇਰੈਕਸ਼ਨ ਕਿੱਧਰ ਲਈ ਆ ਉਹਨਾਂ ਦੀ, ਠੀਕ ਹੈ ਜੀ। ਆਪੋਜ਼ਿਟ ਡਾਇਰੈਕਸ਼ਨ ਵੀ ਹੋ ਸਕਦੇ ਆ, ਸੇਮ ਡਾਇਰੈਕਸ਼ਨ 'ਚ ਵੀ ਹੋ ਸਕਦੇ ਆ, ਬਟ ਉਹ ਕੋਲੀਨੀਅਰ ਹੋਣਗੇ ਚਾਹੇ ਉਹਨਾਂ ਦੀ ਡਾਇਰੈਕਸ਼ਨ ਲਾਈਕ ਹੈ ਚਾਹੇ ਉਹਨਾਂ ਦੀ ਡਾਇਰੈਕਸ਼ਨ ਕੀ ਆ? ਅਨਲਾਈਕ। ਫਿਜ਼ਿਕਸ ਦੇ ਵਿੱਚ ਆਪਾਂ ਇਹਨੂੰ ਲਾਈਕ ਤੇ ਅਨਲਾਈਕ ਬੋਲ ਦਿੰਦੇ ਹੁੰਦੇ, ਠੀਕ ਹੈ। ਸੋ ਆਪਾਂ ਉਹੀ ਵਰਡ ਯੂਜ਼ ਕਰ ਲੈਂਦੇ ਇੱਥੇ ਵੀ, ਲਾਈਕ ਡਾਇਰੈਕਸ਼ਨ ਅਨਲਾਈਕ ਡਾਇਰੈਕਸ਼ਨ, ਬਟ ਬੋਥ ਆਰ ਕੋ ਇਨੀਸ਼ੀਅਲ ਵੈਕਟਰਸ। ਆਫਟਰਵਰਡਸ ਆਪਾਂ ਗੱਲ ਕਰਾਂਗੇ ਇਕੁਅਲ ਵੈਕਟਰ। ਇਕੁਅਲ ਵੈਕਟਰ, ਠੀਕ ਹੈ ਜੀ। ਨਾਮ ਬਹੁਤ ਜ਼ਰੂਰੀ ਨੇ, ਨਾਮ ਤੋਂ ਹੀ ਆਪਾਂ ਨੂੰ ਸਾਰਾ ਕੁਝ ਕਲੀਅਰ ਹੋ ਜਾਂਦਾ। ਸੇਮ ਮੈਗਨੀਟਿਊਡ, ਸੇਮ ਡਾਇਰੈਕਸ਼ਨ, ਮੈਗਨੀਟਿਊਡ ਵੀ ਸੇਮ ਆ, ਡਾਇਰੈਕਸ਼ਨ ਵੀ ਸੇਮ ਆ, ਤਾਂ ਇਦਾਂ ਦੇ ਵੈਕਟਰਸ ਨੂੰ ਆਪਾਂ ਕੀ ਕਹਿ ਦਾਂਗੇ? ਇਕੁਅਲ ਵੈਕਟਰਸ ਕਹਿ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਨੈਗੇਟਿਵ ਆਫ ਅ ਵੈਕਟਰ। ਨੈਗੇਟਿਵ ਆਫ ਅ ਵੈਕਟਰ, ਕਿਸੇ ਵੈਕਟਰ ਦਾ ਨੈਗੇਟਿਵ। ਮੰਨ ਲਓ ਆਹ A ਵੈਕਟਰ ਤਾਂ ਇਹਦਾ ਨੈਗੇਟਿਵ ਕੀ ਆ ਜਾਊਗਾ? ਇੱਦਾਂ ਇਹ ਨਾ ਕਰਿਓ ਵੀ ਇਹਦਾ ਐਰੋ ਚੱਕ ਕੇ ਇੱਧਰ ਨੂੰ ਘੁਮਾ ਦੂੰ, ਇੱਦਾਂ ਦਾ ਕੁਝ ਨਹੀਂ ਕਰਨਾ ਹੈ ਆਪਾਂ। ਨੈਗੇਟਿਵ ਆਫ ਅ ਵੈਕਟਰ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਐਰੋ ਚੇਂਜ ਕਰ ਦੋ, ਇਹ ਵੀ ਨਹੀਂ ਵੀ A ਦੀ ਡਾਇਰੈਕਸ਼ਨ ਚੇਂਜ ਕਰਕੇ A ਹੀ ਪੁੱਠੀ ਪਾ ਦੋ ਵੀ ਨੈਗੇਟਿਵ ਹੋ ਗਿਆ, ਨਹੀਂ। ਇੱਦਾਂ ਆਪਾਂ ਇਹਨੂੰ ਲਿਖਾਂਗੇ। ਡਰਾ ਕਿਵੇਂ ਹੋਣਾ ਵਾ? ਜੇ ਮੰਨ ਲਓ ਆਹ ਵਾਲਾ A ਵੈਕਟਰ ਹੈ ਤੇ ਆਹ ਵਾਲਾ ਕੀ ਹੋਊਗਾ? ਨੈਗੇਟਿਵ ਆਫ A ਵੈਕਟਰ, ਮਤਲਬ ਡਾਇਰੈਕਸ਼ਨ ਕੀ ਆ? ਰਿਵਰਸ ਹੋ ਰਹੀ ਹੈ, ਠੀਕ ਹੈ। ਤਾਂ ਉਸੇ ਵੈਕਟਰ ਦਾ ਇਹ ਆਪਾਂ ਲਿਖਾਂਗੇ। ਹੁਣ ਕੁਝ ਬੱਚਿਆਂ ਦੇ ਮਨ 'ਚ ਕੰਸੈਪਟ ਆਊਗਾ ਵੀ ਇਹ ਪੈਰਲਰ ਹੋ ਸਕਦਾ ਹੈ, ਨਹੀਂ। ਸੇਮ ਵੈਕਟਰ ਆ, ਸੇਮ ਵੈਕਟਰ ਦਾ ਹੀ ਆਪਾਂ ਨੈਗੇਟਿਵ ਕੱਢ ਰਹੇ ਹਾਂ, ਤਾਂ ਕੋਈ ਵੀ ਵੈਕਟਰ ਆਪਣੇ ਆਪ ਦੇ ਪੈਰਲਰ ਤਾਂ ਹੁੰਦਾ ਹੀ ਹੁੰਦਾ, ਠੀਕ ਹੈ ਜੀ। ਬਟ ਨੈਗੇਟਿਵ ਜਦੋਂ ਆਪਾਂ ਸਾਈਨ ਲਗਾਤਾ ਤਾਂ ਇੱਕ ਸਪੈਸ਼ਲ ਟਰਮ ਬਣ ਗਈ ਨੈਗੇਟਿਵ ਆਫ ਅ ਵੈਕਟਰ। ਸੋ ਇਹ ਹੋ ਗਈਆਂ ਆਪਣੇ ਕੋਲੇ ਟਾਈਪਸ ਆਫ ਦਾ ਵੈਕਟਰ ਨੈਗੇਟਿਵ। ਹੁਣ ਆਪਾਂ ਇੱਕ ਡਾਇਗਰਾਮ ਕਰਾਂਗੇ, ਡਾਇਗਰਾਮ ਦੇ ਉੱਪਰ ਬੇਸਡ ਇੱਕ ਕੁਐਸਚਨ ਕਰਾਂਗੇ, ਠੀਕ ਹੈ। ਟਿਲ ਦਾ ਟਾਈਮ ਪੌਜ਼ ਦਾ ਵੀਡੀਓ ਟੂ ਨੋਟ ਇਟ ਡਾਊਨ। ਹਾਂਜੀ ਬੇਟਾ, ਸੋ ਜੇ ਤੁਹਾਨੂੰ ਟਾਈਪਸ ਆਫ ਵੈਕਟਰਸ ਕਲੀਅਰ ਹੋ ਗਿਆ ਦੈਨ ਓਕੇ, ਨਹੀਂ ਕਲੀਅਰ ਹੋਇਆ ਤੁਸੀਂ ਵੀਡੀਓ ਨੂੰ ਰਿਵਾਈਂਡ ਕਰੋ, ਦੁਬਾਰਾ ਸੁਣੋ ਇੱਕ ਵਾਰ, ਕਿਉਂਕਿ ਹੁਣ ਸਾਰਾ ਜੋ ਕੁਐਸਚਨ ਆਪਾਂ ਕਰਨ ਜਾ ਰਹੇ ਹਾਂ ਦੈਟ ਇਜ਼ ਬੇਸਡ ਔਨ ਦਾ ਟਾਈਪਸ ਆਫ ਵੈਕਟਰਸ। ਇਨ ਦਿਸ ਕੁਐਸਚਨ ਐਜ਼ ਯੂ ਆਰ ਏਬਲ ਟੂ ਸੀ ਅ ਡਾਇਗਰਾਮ ਤੁਹਾਡੇ ਸਾਹਮਣੇ ਆ। ਪਹਿਲਾਂ ਉਹਨੇ ਪੁੱਛਿਆ ਕੋ ਇਨੀਸ਼ੀਅਲ ਵੈਕਟਰ ਕਿਹੜੇ ਹੁੰਦੇ ਆ। ਯੂ ਕੈਨ ਕਮੈਂਟ ਮੀ ਦ ਕੋ ਇਨੀਸ਼ੀਅਲ ਵੈਕਟਰਸ।
ਕੋਈ ਇਨੀਸ਼ੀਅਲ ਵੈਕਟਰ ਇਹਨਾਂ ਚੋਂ ਕਿਹੜੇ ਹੋਣਗੇ ਜਿਨ੍ਹਾਂ ਦਾ ਇਨੀਸ਼ੀਅਲ ਪੁਆਇੰਟ ਕੀ ਆ ਸੇਮ ਆ। ਤਾਂ ਡਾਇਗਰਾਮ ਦੇ ਅਕੋਰਡਿੰਗ ਹੂ ਇਜ਼ ਹੈਵਿੰਗ ਸੇਮ ਇਨੀਸ਼ੀਅਲ ਪੁਆਇੰਟ, ਯੂ ਕੈਨ ਸੀ ਹੇਅਰ A ਵੈਕਟਰ ਇੱਥੋਂ ਜਾ ਰਿਹਾ ਤੇ D ਵੈਕਟਰ ਇੱਥੋਂ ਜਾ ਰਿਹਾ, A ਤੇ D ਦਾ ਕੀ ਹੋ ਗਿਆ ਸੇਮ ਹੋ ਗਿਆ ਪੁਆਇੰਟ। ਤਾਂ ਆਪਾਂ ਕੋਈ ਇਨੀਸ਼ੀਅਲ 'ਚ ਕੀ ਲਿਖਾਂਗੇ, ਵੀ ਜਸਟ ਰਾਈਟ ਹੇਅਰ A ਵੈਕਟਰ ਐਂਡ D ਵੈਕਟਰ, ਠੀਕ ਹੈ ਜੀ। ਇਹ ਹੋ ਗਏ ਦੋਨੋਂ ਆਪਣੇ ਕੋਲ ਕੋ ਇਨੀਸ਼ੀਅਲ। ਹੁਣ A ਵੈਕਟਰ ਤੇ B ਵੈਕਟਰ ਕੋ ਇਨੀਸ਼ੀਅਲ ਨਹੀਂ ਹੈ ਕਿਉਂਕਿ ਇਹਨਾਂ ਦਾ ਸਟਾਰਟਿੰਗ ਪੁਆਇੰਟ ਸੇਮ ਨਹੀਂ, ਇਹ ਇੱਥੋਂ ਸਟਾਰਟ ਹੋ ਰਿਹਾ, ਆਹ ਵਾਲਾ ਇੱਥੋਂ ਸਟਾਰਟ ਹੋ ਰਿਹਾ, ਡਿਫਰੈਂਟ ਹੋ ਗਏ ਨਾ। ਉਸੇ ਤਰ੍ਹਾਂ ਹੀ B ਤੇ C ਵੀ ਜਿਹੜੇ ਹੈਗੇ ਆ ਕੋ ਇਨੀਸ਼ੀਅਲ ਨਹੀਂ, ਕਿਉਂ B ਦਾ ਸਟਾਰਟਿੰਗ ਪੁਆਇੰਟ ਆਹ ਵਾਲਾ ਵਾ ਤੇ C ਦਾ ਸਟਾਰਟਿੰਗ ਪੁਆਇੰਟ ਇਹ ਵਾਲਾ, ਸੇਮ ਨਹੀਂ ਹੋਏ ਪੁਆਇੰਟਸ। ਇਸੇ ਤਰ੍ਹਾਂ ਹੀ C ਤੇ D ਵੀ ਕੋ ਇਨੀਸ਼ੀਅਲ ਨਹੀਂ ਹੈ, C ਦਾ ਸਟਾਰਟਿੰਗ ਪੁਆਇੰਟ ਤਾਂ ਇੱਥੇ ਹੀ ਹੈ, D ਦਾ ਸਟਾਰਟਿੰਗ ਪੁਆਇੰਟ ਆ, ਫਿਰ ਤਾਂ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ। ਸੋ ਕੋ ਇਨੀਸ਼ੀਅਲ ਕਿਹੜੇ ਹੋ ਗਏ, ਇੱਕ A ਐਂਡ ਇੱਕ ਕਿਹੜਾ ਹੋ ਗਿਆ D ਹੋ ਗਿਆ। ਇਕੁਅਲ ਵੈਕਟਰਸ, ਇਕੁਅਲ ਵੈਕਟਰ ਕਿਹੜੇ ਹੁੰਦੇ ਆ ਜਿਨ੍ਹਾਂ ਦਾ ਮੈਗਨੀਟਿਊਡ ਵੀ ਸੇਮ ਹੋਵੇ ਐਜ਼ ਵੈਲ ਐਜ਼ ਡਾਇਰੈਕਸ਼ਨ ਵੀ ਇਕੁਅਲ ਸੇਮ ਹੋਣੀ ਚਾਹੀਦੀ ਆ ਤਾਂ ਇਕੁਅਲ ਹੋਣਗੇ। ਤਾਂ ਕਿਹੜੇ ਵੈਕਟਰਸ ਇਕੁਅਲ ਨੇ, ਜੇ ਆਪਾਂ ਇਹਨੂੰ ਰੈਕਟੈਂਗਲ ਕੰਸੀਡਰ ਕਰਦੇ ਹਾਂ A ਤੇ C ਵੱਲ ਦੇਖੋ, A ਦੀ ਡਾਇਰੈਕਸ਼ਨ ਇੱਧਰ ਆ, C ਦੀ ਡਾਇਰੈਕਸ਼ਨ ਇਸ ਸਾਈਡ ਤੇ ਆ, ਇਟ ਮੀਨਸ ਇਹ ਤਾਂ ਫਿਰ ਕੋਈ ਇਕੁਅਲ ਵੈਕਟਰ ਨਹੀਂ ਹੋਏ ਕਿਉਂਕਿ ਡਾਇਰੈਕਸ਼ਨ ਦਾ ਫਰਕ ਪੈ ਗਿਆ। ਵੈਸੇ ਮੈਗਨੀਟਿਊਡ ਸੇਮ ਆ ਬਟ ਡਾਇਰੈਕਸ਼ਨ ਕੀ ਆ ਰਿਵਰਸ ਕਰ ਗਈ। ਬਟ ਜੇ ਆਪਾਂ ਇਹਨਾਂ ਦੋਨਾਂ ਨੂੰ ਦੇਖੀਏ ਇਹ ਤਾਂ ਡ੍ਰੌਪ ਡਾਊਨ ਹੋ ਰਹੇ ਆ ਦੋਨੋਂ, ਯਾਨੀ ਕਿ ਇੱਥੇ ਆਪਾਂ ਲਿਖਾਂਗੇ B ਵੈਕਟਰ ਐਂਡ D ਵੈਕਟਰ। ਆਫਟਰਵਰਡਸ ਨੈਗੇਟਿਵ ਆਫ ਅ ਵੈਕਟਰ, ਹਾਂ ਨੈਗੇਟਿਵ ਆਫ ਅ ਵੈਕਟਰ ਦਾ ਮਤਲਬ ਕੀ ਹੈ ਸਾਈਨ ਰਿਵਰਸ ਹੋ ਜਾਵੇ, ਡਾਇਰੈਕਸ਼ਨ ਚੇਂਜ। ਦੈਟ ਮੀਨਸ ਆਈ ਜਸਟ ਰਾਈਟ ਹੇਅਰ A ਵੈਕਟਰ ਐਂਡ C ਵੈਕਟਰ, ਇਹ ਦੋਨੋਂ ਕੀ ਨੇ ਨੈਗੇਟਿਵ ਆਫ ਅ ਵੈਕਟਰ, A ਐਂਡ C ਕਰੈਕਟ। ਉਸ ਤੋਂ ਬਾਅਦ ਆਉਂਦਾ ਵਾ ਕੋਲੀਨੀਅਰ ਬਟ ਨਾਟ ਇਕੁਅਲ। ਕੋਲੀਨੀਅਰ ਦੀ ਕੰਡੀਸ਼ਨ ਸੀ ਪੈਰਲਰ ਹੋਣੇ ਚਾਹੀਦੇ ਆ ਪਰ ਇਕੁਅਲ ਨਹੀਂ ਹੋਣੇ ਚਾਹੀਦੇ ਉਹ ਵੈਕਟਰਸ। ਤਾਂ ਫਿਰ ਆਪਾਂ ਉੱਥੇ ਕੀ ਕਵਾਂਗੇ ਵੀ ਜਿਹੜੇ ਕੋਲੀਨੀਅਰ ਵੀ ਹੈ ਤੇ ਇਕੁਅਲ ਨਹੀਂ ਹੈਗੇ, ਕੋਈ ਵੈਕਟਰ ਇਦਾਂ ਦਾ ਤੁਹਾਨੂੰ ਦਿਖ ਰਿਹਾ ਵਾ ਵੀ ਜਿਹੜਾ ਕੋਲੀਨੀਅਰ ਹੋਵੇ ਪਰ ਇਕੁਅਲ ਨਾ ਹੋਵੇ, ਠੀਕ ਹੈ। ਤਾਂ ਇਦਾਂ ਦਾ ਕੋਈ ਵੀ ਵੈਕਟਰ ਨਹੀਂ ਹੈ, ਸੋ ਆਈ ਜਸਟ ਰਾਈਟ ਹੇਅਰ ਨੋ ਵਨ। ਕੋਲੀਨੀਅਰ ਪੈਰਲਰ ਵਾਲੇ ਹੋ ਗਏ ਤਾਂ ਕਿਹੜੇ ਆਣਗੇ AC ਐਂਡ BD, ਕਲੀਅਰ ਕੱਟ AC, ਅਗਲਾ ਪੇਅਰ ਆਏਗਾ BD। ਆਫਟਰਵਰਡਸ ਜ਼ੀਰੋ ਵੈਕਟਰ, ਜ਼ੀਰੋ ਵੈਕਟਰ ਕਿਹੜਾ ਆਏਗਾ ਰਾਜੇ, ਇਹਦੇ ਵਿੱਚ ਦੇਖੋ ਜ਼ੀਰੋ ਵੈਕਟਰ ਪੜ੍ਹਨ ਦੇ ਲਈ ਇਹਨੂੰ ਪਹਿਲਾਂ ਨੇਮਿੰਗ ਕਰ ਦਿੰਦੇ ਆ A, ਆ B ਦਾ ਸਟਾਰਟਿੰਗ ਪੁਆਇੰਟ ਆ B C D। ਤੁਹਾਨੂੰ ਮੈਂ ਦੱਸਿਆ ਸੀ ਵੀ ਕਿਸੇ ਵੀ ਵੈਕਟਰ ਦਾ ਜੇ ਜ਼ੀਰੋ ਵੈਕਟਰ ਲਿਖਣਾ ਤਾਂ ਆਪਾਂ ਉਸ ਪੁਆਇੰਟ ਨੂੰ ਰਿਪਰੈਜ਼ੈਂਟ ਕਰਾਂਗੇ। ਤਾਂ ਇੱਥੇ ਜੋ ਪੁਆਇੰਟ ਹੈ ਦੈਟ ਪੁਆਇੰਟ ਇਜ਼ A, ਤਾਂ ਜ਼ੀਰੋ ਵੈਕਟਰ ਕਿਹੜਾ ਆ ਜਾਏਗਾ A ਵੈਕਟਰ ਕੋਮਾ B ਵੈਕਟਰ ਕੋਮਾ C ਵੈਕਟਰ ਐਜ਼ ਵੈਲ ਐਜ਼ ਕੋਮਾ D ਐਂਡ D ਵੈਕਟਰ, ਇਹ ਸਾਰੇ ਕੀ ਹੋਣਗੇ ਜ਼ੀਰੋ ਵੈਕਟਰ। ਹੁਣ ਯੂਨਿਟ ਵੈਕਟਰ ਦੱਸੋ ਕਿਹੜਾ ਇਹਨਾਂ ਚੋਂ, ਠੀਕ ਹੈ। ਯੂਨਿਟ ਵੈਕਟਰ ਦੱਸ ਸਕਦੇ ਹੋ ਇਹਦੇ ਚੋਂ ਵੀ ਯੂਨਿਟ ਵੈਕਟਰ ਹੈ ਕਿਹੜਾ, ਸੋਚੋ ਦਿਮਾਗ ਲਗਾਓ ਵੀ ਯੂਨਿਟ ਵੈਕਟਰ ਇਹ 'ਚ ਹੋ ਸਕਦਾ, ਹੋ ਸਕਦੇ ਨੇ ਯੂਨਿਟ ਵੈਕਟਰ ਬਹੁਤ ਸਾਰੇ ਹੋ ਸਕਦੇ ਨੇ ਬਟ ਪ੍ਰੋਬਲਮ ਕੀ ਆ ਆਪਾਂ ਨੂੰ ਕਿਸੇ ਵੀ ਵੈਕਟਰ ਦਾ ਮੈਗਨੀਟਿਊਡ ਗਿਵਨ ਨਹੀਂ ਹੈ। ਸੋ ਕਿਸੇ ਵੀ ਵੈਕਟਰ ਨੂੰ ਆਪਾਂ ਯੂਨਿਟ ਵੈਕਟਰ ਨਹੀਂ ਕਹਿ ਸਕਦੇ। ਸੋ ਐਟ ਦਾ ਐਂਡ ਆਈ ਐਮ ਜਸਟ ਗੋਇੰਗ ਟੂ ਰਾਈਟ ਹੇਅਰ ਕਾਂਟ ਸੇ। ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਪਾਂ ਨੂੰ ਮੈਗਨੀਟਿਊਡ ਪਤਾ ਹੀ ਨਹੀਂ ਹੈ, ਜੇ ਪਤਾ ਹੀ ਨਹੀਂ ਹੈ ਤਾਂ ਫਿਰ ਪੰਗਾ ਵੀ ਕਿਉਂ ਲੈਣਾ ਆਪਾਂ ਇਹਦੇ ਨਾਲ, ਹੈ ਨਾ। ਸੋ ਬੈਟਰਮੈਂਟ ਇਹੀ ਹੈ ਵੀ ਆਪਾਂ ਲਿਖ ਦਈਏ ਕਾਂਟ ਸੇ। ਇਹ ਸੀਗੀ ਤੁਹਾਡੀ ਐਕਸਰਸਾਈਜ਼ 10.1 ਦੇ ਇੱਕ ਕੁਐਸਚਨ ਦੀ ਡਾਇਗਰਾਮ ਜਿਹਨੇ ਕਿ ਸਾਰੀਆਂ ਦੀਆਂ ਸਾਰੀਆਂ ਟਾਈਪਸ ਆਪਾਂ ਨੂੰ ਕਲੀਅਰ ਕਰਵਾਤੀਆਂ ਇੱਥੇ, ਠੀਕ ਹੈ। ਬਾਕੀ ਜੋ ਕੁਐਸਚਨ 10.1 ਦੇ ਆ ਨਾ ਦੈਟ ਆਰ ਕੁਆਇਟ ਈਜ਼ੀ ਕੁਐਸਚਨਸ, ਤੁਸੀਂ ਖੁਦ ਕਰਨੇ ਆ ਸਾਰੇ ਦੇ ਸਾਰੇ ਕੁਐਸਚਨ ਕਿਉਂਕਿ 3-4 ਕੁਐਸਚਨ ਨੇ। ਸਿਰਫ ਉਹਨਾਂ ਨੇ ਇਹੀ ਪੁੱਛਿਆ ਹੋਇਆ ਹਰੇਕ ਕੁਐਸਚਨ 'ਚ ਵੈਕਟਰ ਕਿਹੜਾ ਵਾ, ਠੀਕ ਹੈ ਜੀ, ਤੇ ਸਕੇਲਰ ਕਿਹੜਾ ਹੈ, ਵੈਕਟਰ ਕਿਹੜਾ ਸਕੇਲਰ ਕਿਹੜਾ, ਵੈਕਟਰ ਕਿਹੜਾ ਸਕੇਲਰ ਕਿਹੜਾ, ਆਹ ਵੈਕਟਰ ਨੂੰ ਰਿਪਰੈਜ਼ੈਂਟ ਕਰਕੇ ਦਿਖਾ ਦਿਓ, ਨਥਿੰਗ ਐਲਸ। ਸੋ ਫਸਟ ਐਕਸਰਸਾਈਜ਼ ਆਹੀ ਕੁਐਸਚਨ ਮੇਨ ਹੈ ਜੋ ਇੰਪॉर्टेंट ਆ, ਮੈਂ ਕਰਵਾਤਾ। ਬਾਕੀ ਕੁਐਸਚਨ ਯੈਸ ਨੋ ਵਾਲੇ ਨੇ that you have to do. Afterwards we will start new intro part of the new exercise. So that part is addition of a vector. Addition of vectors. ਵੈਕਟਰਸ ਦੀ ਐਡੀਸ਼ਨ ਬਾਰੇ ਆਪਾਂ ਹੁਣ ਗੱਲ ਕਰਾਂਗੇ, ਠੀਕ ਹੈ ਜੀ। ਵੈਕਟਰਸ ਦੀ ਐਡੀਸ਼ਨ ਹੁੰਦੀ ਕੀ ਹੈ। ਐਡੀਸ਼ਨ ਆਫ ਅ ਵੈਕਟਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਦੋ ਪ੍ਰੋਪਰਟੀਜ਼ ਆਉਂਦੀਆਂ ਨੇ ਮੇਨ ਪ੍ਰੋਪਰਟੀਜ਼, ਇੱਕ ਆਉਂਦੀ ਹੈ ਟ੍ਰਾਇੰਗੂਲਰ ਲਾਅ, ਟ੍ਰਾਇੰਗੂਲਰ ਲਾਅ, ਤੇ ਦੂਸਰੀ ਆਉਂਦੀ ਹੈ ਪੈਰਲੋਗ੍ਰਾਮ ਲਾਅ। ਦੋ ਪ੍ਰੋਪਰਟੀਆਂ ਆਉਣਗੀਆਂ ਆਪਣੇ ਕੋਲ, ਟ੍ਰਾਇੰਗੂਲਰ ਲਾਅ ਐਜ਼ ਵੈਲ ਐਜ਼ ਪੈਰਲੋਗ੍ਰਾਮ ਲਾਅ। ਟ੍ਰਾਇੰਗੂਲਰ ਲਾਅ ਕੀ ਕਹਿ ਰਿਹਾ, A vector, B vector, C vector, ठीक है। I write here A, I write here B and I write here C। triangular law जो है वो ਆਪਾਂ ਨੂੰ ਕੀ ਦੱਸ ਰਿਹਾ ਵਾ, ਉਹ ਕਹਿ ਰਿਹਾ ਵਾ AB vector plus BC vector equal to AC vector।
क्यों बई इक्वल टू च क्यों लिखी ए सी वैक्टर, वाई इट इज़ रिक्वायर्ड ए सी वैक्टर इक्वल टू च क्यों आया। रीजन देखो बेटा, रीजन दे देना मैं थोनों, बिकॉज देखो तुसी ए तो चलना स्टार्ट करोगे, ए तो तुसी बी ते पहुंचे, बी तो तुसी सी ते पहुंचे, सी तो तुसी वापस आ रहे हो ए ते। इट मीनस जिथे चले उत्थे ही वापस आ गए, ਜਿਹੜੇ घर चों गए सी उस घर च वापस आ गए। तो यदा मतलब फिजिक्स आपां नूं की कहती है, जे आपां एक पॉइंट तो चल के उस पॉइंट पर वापस आ जाइए तो डिसप्लेसमेंट की होंगी है, डिसप्लेसमेंट हो जाती है जीरो। डिस्टेंस ट्रैवल वो बाद की गल है, वो 10th बहुत पढ़ लिया, हुण नहीं पढ़ांगे, ठीक है। वैसे भी फिजिक्स की क्लास नहीं, मैथ कर रहे हैं आपां। डिसप्लेसमेंट जीरो, यानी कि मैं लिख सकता वा ए बी प्लस बी सी प्लस सी ए, जे डायरैक्शन यदि मैं रोटेट करदा सी ए करदा डायरैक्शन इदा करदा ए बी प्लस बी सी प्लस सी ए बनूगा, तो ये की बनूगा, ये मेरा जीरो वैक्टर बनूगा, ठीक है। एंड आफ्टरवर्ड्स हुण मैनूं पता वा भी किसी भी वैक्टर का जे नैगेटिव लिखना होवे तो उस वैक्टर की डायरैक्शन की हो जाती है, चेंज। सी ए का नैगेटिव ए सी होगा, तो सी ए मैं कि इक्वल लिख सकता, जो सी ए वैक्टर है इस वैक्टर में मैं लिख सकता माइनस ऑफ ए सी वैक्टर, राइट और नॉट। इफ दिस इज राइट देन जस्ट रिप्लेस द वैल्यू ऑफ सी ए लाइक माइनस ए सी हियर। वट यू विल गेट हियर, यू विल गेट हियर ए बी प्लस बी सी minus AC equal to zero vector. And what about the result? AB plus BC equal to AC vector. So here you can write it like this. AB plus BC is equal to AC. इस तरीके दे नाल आपां ट्रायंगुलर लॉ नूं की करदे आ, जस्टिफाई करदे आ। इस तरीके नाल जिहड़े ट्रायंगुलर लॉ बनिया ना उहदी डायरैक्शन वो AC रखदे आ। क्यों रखदे आ? क्योंकि दो साइड्स का जिहड़ा सम आ वो रिजल्टेंट दे इक्वल कर दिंदे आ अपना, ठीक है जी। इस तरीके नाल जिहड़ी रिजल्टेंट फोर्स आ उहदी आपां वैल्यू नूं जस्टिफाई करदे हुंदे आ ट्रायंगुलर लॉ ऑफ टू वैक्टर्स दे विच, ठीक है। नाउ आफ्टरवर्ड स्टूडेंट्स हुण आपां करांगे लॉ ऑफ पैरेललोग्राम। पैरेललोग्राम दे लॉ दे विच करन दे लई कुछ कंसैप्ट आपां पढ़ांगे। एक दैट कंसैप्ट इज ऑफ फ्री वैक्टर्स। पैरेललोग्राम लॉ करन तो पहला वी आर गोइंग टू डू अ कंसैप्ट, दैट कंसैप्ट इज ऑफ फ्री वैक्टर्स। फ्री वैक्टर्स वो वैक्टर ने जिन्होंने स्कूल तो हो गई छुट्टियां ड्यू टू कोविड-19 तो घरे बैठे ने, उन्होंने फ्री वैक्टर कहने आप, ठीक है। ये वो वैक्टर नहीं है थोड़े वर्गे। सो फ्री वैक्टर्स की होंगे वो बारे गल करते हैं। मान लो कोई ए वैक्टर आ तो मान लो कोई बी वैक्टर आ, जे मैं इन्हों दोनों वैक्टर्स नूं विदाउट चेंजिंग डायरैक्शन ऑफ एनी वन वैक्टर, मैं किसी भी वैक्टर की डायरैक्शन नूं चेंज किए बिना किसी दूसरे वैक्टर के पैरलर जो मैं ड्रॉ करता तो उदा के वैक्टर्स नूं मैं की बोलूँगा, फ्री वैक्टर बोलूँगा, ठीक है जी। फ्री वैक्टर की होंगे वो वाले दो वैक्टर विदाउट चेंजिंग डायरैक्शन ऑफ अ वैक्टर। इफ वी रिप्लेस अ वैक्टर पैरलर टू द अनदर वैक्टर देन इट इज़ नोन एज फ्री वैक्टर्स। तो इस तरीके दी जिहड़ी टर्म्स ने उन्होंने आपां बोलते हुंदे आ फ्री वैक्टर, वेले वैक्टर, ठीक है। तुहाडे वर्गे वेले जिवें घरे बैठे हो उस तरीके नाल। सो ए वैक्टर एंड बी वैक्टर भी लाइक दिस वन, ओके। सो ये फ्री वैक्टर का कॉन्सैप्ट है, हुणे मैं क्यों पढ़ाया, रीजन की है, क्यों लोड़ पई आपां नूं वो भी दस देना। पैरेललोग्राम लॉ, पैरेललोग्राम लॉ दे विच की है, एक किते ए वैक्टर पिया सी, एक किते बी वैक्टर पिया सी। मैं दोनों वैक्टर्स नूं फ्री वैक्टर्स ने पैरेलली डिसप्लेस नहीं कर सके, ठीक है, क्योंकि मेरे को कुछ ਇਹੋ ਜਿਹੇ वैक्टर आ गए ਜਿਹੜੇ वैक्टर पैरेलली डिसप्लेस जे मैं करदा तो डायरैक्शन का फर्क पैंदा सी, तो मैं उन्होंने इदा करता, इकट्ठे तो करता ना, इनीशियल पॉइंट जोड़ते। हुण मैं की कीता, ए वैक्टर नूं मैं इत्थे, इत्थों मैं पिक किया ए वैक्टर नूं ते इत्थे ले आया लाइक दिस। तो इदा ही मैं बी वैक्टर इत्थों पिक करके बिना उसकी डायरैक्शन चेंज किए इत्थे भी लिया सकदा इस तरीके नाल। तो ये बनूगा मेरा पैरेललोग्राम लॉ, ए वैक्टर बी वैक्टर, तो आ जो वैक्टर बनया इन साइड जो डायगोनल है दैट इज ए वैक्टर प्लस बी वैक्टर। इस लॉ नूं आपां बोलदे आ लॉ ऑफ वैक्टर पैरेललोग्राम। फ्री वैक्टर्स के कॉन्सैप्ट नाल आपां इहनूं सॉल्व किया। इस तो बाद वैक्टर दी कुछ प्रॉपर्टीज़ आंदियां ने वो डिस्कस करते हैं आपां, थोड़ियां जिहियां प्रॉपर्टीज़। टिल द टाइम इहनूं नोट करो, पॉज द वीडियो टू नोट इट डाउन। Let us discuss some properties
ऑफ वैक्टर अलजबरा बेस्ड ऑन द एडिशन। देखो बेटा ये प्रॉपर्टीज़ तुसी ये प्रॉपर्टियां थोड़े लिए नवीਆਂ नहीं हैगियां, तुसी ये सारियां प्रॉपर्टियां 8th क्लास तो स्टार्ट करते हो अलजबरा। मैं इत्थे की लिखिया वैक्टर अलजबरा। अलजबरा की हुंदा? अलजबरा हुंदा एडिशन, सबट्रैक्शन, मल्टीप्लीकेशन एज वैल एज डिवीजन। तो वो सारियां प्रॉपर्टियां जो 8th क्लास पढ़िया सी ना उही आपां हुण इत्थे पढ़ांगे, ठीक है। तो वो जिहड़ियां प्रॉपर्टीज़ ने उन्हां प्रॉपर्टी के उपर सब तो पहली जिहड़ी प्रॉपर्टी आती है दैट प्रॉपर्टी इज कम्यूटेटिव। कम्यूटेटिव प्रॉपर्टी का मतलब की है कम्यूट करवाना, स्विच करवा देना, ठीक है। जिमें कैंडी क्रश खेडते हो ना सारे स्विच कराने हो कैंडीज़ में उपर नीचे, वो तरीका। यानी कि उपर नीचे तो नहीं कहांगे, साइड बाय साइड ए प्लस बी इज ऑलवेज इक्वल टू बी प्लस ए वैक्टर। तो ये होगी कम्यूटेटिव प्रॉपर्टी। इस तो बाद आती है एसोसीएटिव प्रॉपर्टी। एसोसीएटिव प्रॉपर्टी जो है व्हाट इज दैट, ए वैक्टर बी वैक्टर सी वैक्टर इक्वल टू किहदे हुंदा है, ए वैक्टर बी वैक्टर सी वैक्टर। बहुत सिंपल चीज़ां ने, एग्जाम्पल की लोड़ नहीं है, 8th क्लास पढ़ के आने हो, 8th 9th 10th सारा कुछ यही चलता आंदा अपना। सो ये एग्जाम्पल्स नहीं लवांगे, डायरैक्टली आई जस्ट पुट हेयर ब्रैकेट्स। जो ब्रैकेट्स पुट करती हैं समझ जाओ भी ये की है एसोसीएटिव प्रॉपर्टी। एग्जिस्टेंस ऑफ आइडेंटिटी। एग्जिस्टेंस ऑफ आइडेंटिटी का मतलब की है भी आपां इहो जिहा की ऐड करिए ए वैक्टर दे विच भी रिजल्ट जो है अपने को आइडेंटिकल आ जाए, सेम, ठीक है। तो किसी चीज़ इहो जिहा की ऐड करिए भी सेम नंबर आ जाए, दैट इज ओनली अ जीरो वैक्टर। हुण आंदा वा एग्जिस्टेंस ऑफ इनवर्स। इनवर्स का एग्जिस्टेंस का मतलब की है भी इहो जिहा किसी वैक्टर च की ऐड करिए भी आंसर जो है वो अपने को जीरो हो जाए। मतलब इनवर्स का मतलब हुंदा उल्टा। तो ए वैक्टर का इनवर्स की है नैगेटिव ऑफ आ ए वैक्टर, यानी कि आह वाला, ठीक है जी। 1 2 3 4 प्रॉपर्टियां ने। वैसे अलजबरा दियां तुसी फ्यूचर दे विच जाके ਜਦੋਂ ਤੁਸੀਂ BSc फाइनल ईयर ਦੇ ਵਿੱਚ ਕਿਸੇ ਨੇ ਮੈਥ ਕੀਤਾ ਤਾਂ ਤੁਸੀਂ ਉੱਥੇ ਜਾ ਕੇ ਪੜੋਗੇ अलजबरा ਦੀਆਂ 8 ਪ੍ਰੋਪਰਟੀਜ਼, ਠੀਕ ਹੈ। 4 ਪ੍ਰੋਪਰਟੀਆਂ ਹੁੰਦੀਆਂ ਐਡੀਸ਼ਨ ਦੀਆਂ, 4 ਹੀ ਆਣਗੇ ਤੁਹਾਨੂੰ ਡਾਟ ਪ੍ਰੋਡਕਟ ਯਾਨੀ ਕਿ ਜਿਹਨੂੰ ਤੁਸੀਂ ਕਹਿੰਦੇ ਨੇ ਮਲਟੀਪਲੀਕੇਸ਼ਨ ਦੀਆਂ 4 ਪ੍ਰੋਪਰਟੀਜ਼। 8 ਪ੍ਰੋਪਰਟੀਆਂ ਉਹਨਾਂ ਦੇ ਪ੍ਰੂਫ ਕਰੋਗੇ, ਉੱਥੇ ਜਾ ਕੇ ਤੁਹਾਨੂੰ ਇਹਨਾਂ ਦਾ डायरैक्ट रिजल्ट नहीं मिलना, तुसी प्रूफ करके आओगे पेपर च जाके भी हाँ ये प्रॉपर्टीज होंदियां सी। आफ्टरवर्ड्स आंदा मल्टीप्लीकेशन बाय अ स्केलर। मल्टीप्लीकेशन बाय अ स्केलर। मल्टीप्लीकेशन बाय अ स्केलर का मतलब की है, सपोज यू आर हैविंग हियर अ ए वैक्टर। ए वैक्टर ए वैक्टर का जो आपां इनू आपां हाफ नाल मल्टीप्लाई करांगे तो यह हो जाऊगा हाफ ऑफ ए वैक्टर। जो मैं 2 नाल मल्टीप्लाई करूँगा यह हो जाऊगा ट्वाइस ऑफ ए वैक्टर। लिखना किमें है, ड्रॉ किमें करना। मान लो ये ए वैक्टर है, हाफ ऑफ ए वैक्टर कितना हो जाऊगा, यदा हाफ हो जाऊगा। ट्वाइस का मतलब की है, यदा ट्वाइस कर दो, बस सिंपल। मतलब किसी स्केलर के नाल जो आप किसी वैक्टर को की करांगे मल्टीप्लाई करांगे तो इदां दी अपने को चीज़ां जिहड़ियां हैगियां ने वो मिलदियां जाणगियां आपां नूं। हुण जे किसी कॉन्सटेंट के नाल भी आप मल्टीप्लाई करांगे, फॉर एग्जाम्पल इत्थे मान लो कॉन्सटेंट ने m प्लस n इंटू ए वैक्टर, दैट मीनस इट कैन बी रिटन एज ma प्लस na। कुछ इस तरीके नाल आपां इहनूं भी रिप्रजेंट कर सकते हैं, कुछ इस तरीके नाल इहनूं आपां लिखांगे, ठीक है जी। तो ये हो गई अपने को प्रॉपर्टीज। उस तो बाद कोलिनियर की कंडीशन की थोड़ी जी आपां गल करांगे। कोलिनियर किमें प्रूव करना वा भी क्वेश्चन दे विच भी ये दो वैक्टर्स आपस दे विच कोलिनियर हैगे ने। इफ ए वैक्टर कैन बी रिप्रजेंटेड एज लैम्डा ऑफ बी वैक्टर वेयर दिस इज अ कांस्टेंट। A vector can be written as lambda of B vector scalar multiplication of other vectors, then it is known as a collinear vectors। तो collinear vector दी next condition example लेके भी समझा देना ਤੁਹਾਨੂੰ मैं। मान लो example A vector है अपने को I cap J cap K cap, B vector अपने को है 3I cap 3J cap 3K cap। तो इत्थे B vector can be written as thrice of A vector। बी वैक्टर ਨੂੰ थ्राइस ऑफ ए वैक्टर लिख सकते हैं ना ਆਪਾਂ। ਤਾਂ ਇਹ ਜਿਹੜੀ ਕੰਡੀਸ਼ਨ ਬਣੀ ਹੈ ਨਾ, ਇਸੇ ਕੰਡੀਸ਼ਨ ਨੂੰ ਕਹਿੰਦੇ ਆਪਾਂ ਕੰਡੀਸ਼ਨ ਆਫ ਕੋਲੀਨੀਅਰਿਟੀ। ਕੋਲੀਨੀਅਰਿਟੀ ਦਾ ਮਤਲਬ ਆ ਵੀ ਦੋ ਵੈਕਟਰਸ ਆਪਸ 'ਚ ਕੀ ਨੇ, ਕੋਲੀਨੀਅਰ ਹੈਗੇ ਨੇ। ਇੱਥੇ ਆ ਕੇ ਆਪਣਾ ਕੋਲੀਨੀਅਰ ਦਾ ਕਨਸੈਪਟ ਹੁੰਦਾ। ਨਾਓ ਆਫਟਰਵਰਡਸ ਹੁਣ ਆਪਾਂ ਯੂਨਿਟ ਵੈਕਟਰ ਕੱਢਣਾ ਵਾ।
यूनिट वैक्टर की हुंदा वा ते यूनिट वैक्टर किसी वैक्टर का की हुंदा, उहदी आपां थोड़ी जी डिस्कशन दोबारा करांगे। तुसीं मैनूं दस्सिया सी यूनिट वैक्टर की सी 1 मैग्नीट्यूड 1 यूनिट वैक्टर ऑफ अ वैक्टर, यूनिट वैक्टर ऑफ अ वैक्टर किसी वैक्टर का यूनिट वैक्टर की होगा, दैट इज नॉन एज ए कैप। यानी कि जे मान लो इत्थे ए वैक्टर डायग्रामैटिकली समझोगे बहुत जल्दी क्लीयर होंदा, ए वैक्टर है ना, ਇਹਦਾ यूनिट वैक्टर कढ़ना इसे ਦਾ यूनिट वैक्टर ऑफ अ वैक्टर, तो ਉਹ जिन्ना ਇਹਦੇ जिथे ਇਹਦੀ यूनिट लेंथ खत्म हो जूगी ना, एक डिफरेंट चौक नाल रिप्रजेंट करते हैं आप इत्थे तक, तो आ जिहड़ा एरिया वा मान लो यूनिट एरिया वा, तो इनू आप बोलांगे यूनिट वैक्टर ऑफ ए वैक्टर, ठीक है जी। तो इनू लिखण का क्राइटेरिया है ए कैप इज इक्वल्स टू ए वैक्टर अपॉन ए वैक्टर्स मॉडुलस। मॉडुलस का मतलब की है लेंथ ऑफ दैट रिक्वायर्ड वैक्टर, यूनिट वैक्टर हो गया, यूनिट वैक्टर ऑफ अ वैक्टर भी हो गया अपने को। इस तो बाद बेटा हुण आपां चलदे हैं डायरैक्टली एक्सरसाइज क्वेश्चंस के ऊपर। टिल द टाइम पॉज द वीडियो टू नोट इट डाउन। बिफोर स्टार्टिंग द एक्सरसाइज 10.2 लेट अस स्टार्ट वन न्यू टॉपिक। बेटा थोड़ा इंट्रो पार्ट आपां एक्स्ट्रा करते हैं, उहदे च की है फाइंड द वैक्टर ज्वाइनिंग टू पॉइंट्स इन अ प्लेन। क्योंकि ये कंसैप्ट बहुत ज़्यादा यूज होगा थोड़े क्वेश्चन के विच भी, दो पॉइंट आपां प्लेन च दिते हुए है, तो उन्होंने दोनों पॉइंट्स में यूज करते हुए आपां वैक्टर किवें फाइंड करना वा, ठीक है जी। तो देखो बेटा ये आपां करना की है, फर्स्ट ऑफ ऑल वी हैव टू ड्रॉ हेयर अ 3D प्लेन। आई कैन से दिस इज एक्स एक्सिस, वाई एज वैल एज Z एक्सिस, तीनों एक्सिस आप ड्रॉ कर चुके हैं। हुण देखो दो पॉइंट्स ने प्लेन दे विच ने, किते भी हो सकते हैं। आई पुट हेयर अ पॉइंट ए एंड आई पुट हेयर अ पॉइंट बी, दो पॉइंट्स मिल गए ए पॉइंट ते बी पॉइंट। इन्हां दोनों को ज्वाइन करता होया जिहड़ा वैक्टर है ना ए बी वैक्टर, तुसीं ये फाइंड करना है, ठीक है। तो इनू फाइंड करन दा हुण जो क्राइटेरिया जो मैथड है, वो मैथड की है, सब तो पहला तुसीं ए पॉइंट का पोजीशन वैक्टर कड्डोगे। पोजीशन वैक्टर हुंदा की है, स्टार्टिंग च दस्सिया वा मैं, जिहदा स्टार्टिंग पॉइंट की होवे ओरीजन, ते पोजीशन वैक्टर बी का भी की होगा जिहदा स्टार्टिंग पॉइंट की है दैट इज द ओरीजन। दैट मीनस मैनू इन्हां नूं की करना पैना, मैच करना पैना विद ओरीजन। सो आई जस्ट ड्रॉ अ लाइन हेयर टू ओरीजन, दिस वन लाइक दिस, ठीक है जी। आ दो लाइन्स ड्रॉ कर लिया, इनू मैं बोलूँगा ओ पॉइंट, ओ तो मैं जा रहा हाँ ए वल, तो ओ तो ही मैं जा रहा हाँ बी वल, ओ ए एंड ओ बी। हुण तुहानूं ये शेप किदां दी लग रही है? दिस शेप इज जस्ट लाइक अ ट्रायंगल। ट्रायंगल जिथे भी दिखती है तो आपां नूं इक्को ही चीज़ याद आती है, दैट इज ट्रायंगुलर लॉ। ट्रायंगुलर लॉ याद आता आपां नूं। ट्रायंगुलर लॉ की सीगा अपने कोले? दो सेम डायरैक्शनल वैक्टर इक्वल टू ऑपोजिट साइड डायरैक्शनल वैक्टर, यानी कि ट्रायंगुलर लॉ के अकॉर्डिंग ओ बी वैक्टर जो है प्लस ओ तो मैं पहला बी जा रहा, बी तो मैं कितने जा रहे हैं ए जा रहे हैं, ओ बी प्लस बी ए इज ऑलवेज इक्वल टू ओ ए वैक्टर। ये बारे आप बहुत डिटेल च पढ़ चुके हैं इस वीडियो के विच भी ये ओ ए दे इक्वल क्यों आया, ठीक है, लिख लिया। हुण मैनू वैल्यू किहदी चाहिए है? मैनू बी ए की वैल्यू चाहिए है, करैक्ट। जे बी ए की वैल्यू चाहिए आ तो मैं लिख लेना इत्थे बी ए वैक्टर, वो छोटे बच्चों को आप सिखाने होंगे ना भी आ इधर प्लस आ उधर जाके की हो जाऊगा माइनस। सो आई जस्ट राइट हेयर ओ ए माइनस ओ बी वैक्टर लिख ला, ओके। हुण ए दे कोई ना कोई कोऑर्डिनेट्स होणगे, उन्होंने मैं नाम दे देना x1 y1 z1, तो बी दे भी होणगे, उन्होंने मैं नाम देना x2 y2 z2। ओ दे कोऑर्डिनेट्स की होंगे 0 0 0, यही होंगे। हुण ओ ए वैक्टर जिहड़ा ओ ए वैक्टर आ इहदा मैगनीट्यूड या फिर इहदा वैक्टर अपने कोल आऊगा की, देखो ओ ए x1 माइनस 0, फिर आऊगा y1 माइनस 0, फिर आऊगा z1 माइनस 0, यानी कि ये आ गया अपने कोल कल्ला x1 y1 z1, क्योंकि 0 जो माइनस करांगे तो सेम पॉइंट्स बचे। इसी तरह ही इत्थों माइनस करूंगा ये की आ जाऊगा x2 y2
Z2 दोनों ਨੂੰ माइनस करूँगा इट कैन बी रिटन एज x1 माइनस x2 y1 माइनस y2 z1 माइनस z2 फस्ट क्वाड्रेंट चों सॉरी फस्ट एलीमेंट चों फस्ट माइनस होगा सैकेंड चों सैकेंड दैन थर्ड चों थर्ड तो इस तरीके दे नाल आपां जो अपना बी ए वैक्टर आ उन्होंने आप लिख सकते हैं हुण जे बी ए वैक्टर ये वाला वा थोनों कोई कभी भी ए बी वैक्टर लिखना है तो वो इहदा नैगेटिव होगा यानी कि इन्हूं सारे नूं नैगेटिव दे नाल मल्टीप्लाई करोगे नैगेटिव नाल मल्टीप्लाई करके ये रिजल्ट बन जूगा x2 माइनस x1 ठीक है नाल आपां आई कैप यूज़ करांगे फिर आपां प्लस लगावांगे y2 माइनस y1 विद जे कैप प्लस z2 माइनस z1 विद के कैप आई होप सो दिस मे नॉट बी विजिबल टू यू बट मैं थोनों वर्बली दसता भी x1 x2 सी इत्थे x2 x1 सिमिलरली y1 ते z1 का भी आप डायरैक्टली लिख सकते हैं ये हुंदा वा जे दो पॉइंट दिते हुए उन्हां दे विच वैक्टर लिखण दा तरीका जे ए बी लिखण नूं क्या वा तां आपां की लिखांगे उहनूं ए बी नूं इहदा पॉइंट लास्ट दैट पॉइंट इज नोन एज टर्मिनल पॉइंट माइनस इनीशियल पॉइंट आई कैप टर्मिनल पॉइंट माइनस इनीशियल जे टर्मिनल माइनस इनीशियल के कैप विद द साइंस ऑफ एडिशन सो इस तो बाद हुण आपां स्टार्ट करते हैं एक्सरसाइज के क्वेश्चंस 10.2 दे टिल द टाइम पॉज द वीडियो टू नोट इट डाउन As you can see here, I write 6 questions statement on the board. So let us solve one by one these 6 questions. What is the statement of question number 1? They write here magnitude of A vector. Magnitude, it's a simple thing, A vector and then modulus. Magnitude ਕੱਢਣ ਦਾ formula ਕੀ ਸੀ? First component I cap ਆ. I cap ਦਾ coefficient ਕੀ ਆ? That is only 1, ਤਾਂ 1 ਦਾ square. Similarly, J cap ਦਾ coefficient ਵੀ ਕਿੰਨਾ ਹੈ? 1, ਉਹਦਾ square ਕਰ ਦਿਓ. K cap ਦਾ coefficient ਕਿੰਨਾ ਹੈ? That is again 1. 1 ਦਾ ਸਕੁਆਇਰ ਕਿੰਨਾ ਹੁੰਦਾ 1 ਇੱਥੇ ਵੀ 1 ਇੱਥੇ ਵੀ 1 ਤਿੰਨ ਵਾਰ ਜਦੋਂ ਆਪਾਂ 1 ਨੂੰ ਐਡ ਕਰਾਂਗੇ then we will add here root 3 so this will be the answer of your question second question is two different vectors same magnitude ਦੋ different vector ਲਿਖਣੇ ਆ magnitude same ਹੋਣਾ ਚਾਹੀਦਾ ਇਹਦੀਆਂ ਬੇਟਾ ਇਨਫਾਈਨਾਈਟ ਐਗਜ਼ਾਮਪਲਸ ਬਣਦੀਆਂ ਨੇ ਤੁਹਾਨੂੰ ਇੱਕ ਸੌਖਾ ਤਰੀਕਾ ਦੱਸ ਦੇਣ ਲਿਖਣ ਦਾ a ਵੈਕਟਰ ਨੂੰ ਲਿਖ ਲਓ ਪਹਿਲਾਂ ਤਾਂ ਆਪਣੇ ਮਾਈਂਡ ਦੇ ਅਕੋਰਡਿੰਗ ਤੁਸੀਂ ਕੋਈ ਵੀ ਲਿਖ ਲਓ 3i cap 2j cap plus k cap मान लो मैं लिख लिया तो जो b वैक्टर लिखना ना तुसी b वैक्टर च ਇਹਦੇ ਹੀ ਜਿਹੜੇ ਕੋਫੀਸ਼ੀਐਂਟ ਆ ਉਹਨੂੰ ਕਮਿਊਟ ਕਰਾ ਦਿਓ ਕਮਿਊਟ ਕਿੱਦਾਂ ਕਰਾਉਂਗੇ ਜਿਵੇਂ ਮੈਂ ਇੱਥੇ ਲਿਖ ਦਿੰਦਾ i cap plus 3j cap plus 2k cap ਦੇਖੋ ਕੋਫੀਸ਼ੀਐਂਟਸ ਇੱਥੇ ਕਿੰਨੇ ਆ 3 2 ਤੇ 1 ਇੱਥੇ ਵੀ ਕਿੰਨੇ ਆ 3 2 ਤੇ 1 ਜਦੋਂ ਮੈਗਨੀਟਿਊਡ ਫਾਈਂਡ ਕਰੋਗੇ ਤਾਂ ਇਹਨਾਂ ਸਾਰਿਆਂ ਦੇ ਸਕੁਆਇਰ ਦਾ ਜਿਹੜਾ ਸਮ ਆਊਗਾ ਉਹ ਕੀ ਆਊਗਾ ਆਲਵੇਜ਼ ਇਕੁਅਲ ਆਊਗਾ ਦੈਟ ਮੀਨਸ ਥੀਸ ਟੂ ਆਰ ਆਫ ਸੇਮ मैग्नीट्यूड टू वैक्टर्स हैविंग सेम डायरैक्शन देखो उन्हें डेफिनेशन ਨੂੰ मोल्ड करके दिता ਆਪਾਂ ਨੂੰ ਵੀ ਦੋ ਵੈਕਟਰ ਜਿਨ੍ਹਾਂ ਦੀ ਡਾਇਰੈਕਸ਼ਨ ਕੀ ਹੋਵੇ ਸੇਮ ਹੋਵੇ ਦੋ ਵੈਕਟਰਾਂ ਦੀ ਡਾਇਰੈਕਸ਼ਨ ਕਦੋਂ ਸੇਮ ਹੁੰਦੀ ਹੈ when two vectors are said to be collinear or we can say parallel collinear ਦੀ ਕੰਡੀਸ਼ਨ ਕੀ ਸੀ ਇੱਕ ਵੈਕਟਰ ਨੂੰ ਦੂਜੇ ਦੀ ਮਲਟੀਪਲੀਕੇਸ਼ਨ ਚ ਲਿਖ ਕੇ ਦਿਖਾਣਾ ਆਪਾਂ ਯਾਨੀ ਕਿ ਜੇ ਮੈਂ a ਵੈਕਟਰ ਇੱਥੇ ਲਿਖੂੰਗਾ i cap j cap k cap ਤਾਂ ਮੈਨੂੰ b ਵੈਕਟਰ ਇਹਦੀ ਮਲਟੀਪਲੀਕੇਸ਼ਨ ਵਾਲਾ ਲਿਖਣਾ ਪੈਣਾ ਯਾਨੀ ਕਿ ਇੱਥੇ ਲਿਖ ਲੈਂਦੇ ਆਪਾਂ 2i cap 2j cap and 2k cap ਇਦਾਂ ਦੇ ਸਾਰੇ ਵੈਕਟਰ ਜਿਹੜੇ ਵੈਕਟਰ ਆ ਉਹਨਾਂ ਦੀ ਡਾਇਰੈਕਸ਼ਨ ਕੀ ਆ ਸੇਮ ਆ ਬਟ ਮੈਗਨੀਟਿਊਡ ਡਿਫਰੈਂਟ ਹੈ ਇਹਨਾਂ ਦਾ ਨੈਕਸਟ ਆਉਂਦਾ ਵਾ ਵੈਲਿਊ ਆਫ x ਐਂਡ y ਸੋ ਦੈਟ ਦਿਸ ਇਜ਼ ਇਕੁਅਲ ਟੂ ਦਿਸ ਵਨ ਇਹ ਦੋਨੋਂ ਆਪਸ 'ਚ ਕੀ ਨੇ ਇਕੁਅਲ ਨੇ ਜੇ ਇਹ ਦੋਨੋਂ ਆਪਸ 'ਚ ਇਕੁਅਲ ਨੇ ਤਾਂ ਇਹਨਾਂ ਦੇ ਹਰ ਇੱਕ ਕੰਪੋਨੈਂਟ ਜਿਹੜੇ ਹੈਗੇ ਉਹ ਆਪਸ 'ਚ ਕੀ ਹੋਣਗੇ ਇਕੁਅਲ ਹੋਣਗੇ ਦੈਟ ਮੀਨਸ x ਦੀ ਵੈਲਿਊ ਕਿੰਨੀ ਆ ਰਹੀ ਹੈ x ਦੀ ਵੈਲਿਊ ਆ ਜੂਗੀ ਆਪਣੇ ਕੋਲ 2 ਤੇ y ਦੀ ਵੈਲਿਊ ਕਿੰਨੀ ਆਊਗੀ ਆਪਣੇ ਕੋਲੇ that value is 3 so this question is also over here next ਆਂਦਾ ਵਾ scalar and vector component of a vectors joining this and this ਦੋ ਪੁਆਇੰਟਾਂ ਨੂੰ ਜੁਆਇਨ ਕਰਕੇ ਵੈਕਟਰ ਕਿਵੇਂ ਫਾਈਂਡ ਕਰਨਾ ਹੁਣੇ ਮੈਂ ਕਰਵਾ ਕੇ ਚੁੱਕਿਆ ਮੈਂ ਇਸ ਐਕਸਰਸਾਈਜ਼ ਦੀ ਸਟਾਰਟਿੰਗ ਤੋਂ ਪਹਿਲਾਂ ਵੀ ਦੋ ਪੁਆਇੰਟ ਨੇ ਸਪੇਸ ਉਤੋਂ ਵੈਕਟਰ ਕਿਵੇਂ ਫਾਈਂਡ ਕਰਨਾ ਟਰਮੀਨਲ ਪੁਆਇੰਟ ਮਾਈਨਸ ਇਨੀਸ਼ੀਅਲ ਪੁਆਇੰਟ i cap plus terminal point initial point j cap that means -5 -2 bracketed i cap plus 7 -1 it will be a j cap plus 0 k cap क्यों 0 k cap क्योंकि k वाली टर्म दी नहीं हुई अपन this is -7 i cap and this is 6 j cap plus 0 k cap i j k cap मिल गए उन्होंने पूछा कि स्केलर एंड वैक्टर कंपोनेंट पूछे ने स्केलर कंपोनेंट की होंगे आ स्टार्टिंग वाली तो स्केलर कंपोनेंट्स किहड़े हो गए अपने कोले -7, 6, 0 तो वैक्टर कंपोनेंट कोई भी स्केलर वैक्टर कदों बनता डायरैक्शन जो नाल लगती है
यानी कि आई कैप, जे कैप एंड के कैप. सो आई हैव टू राइट हेयर वेक्टर कंपोनेंट एज -7 आई कैप, 6 जे कैप, 0 के कैप. सिक्स्थ क्वेश्चन की है बेटा, सम ऑफ ए वैक्टर एंड बी वैक्टर. वेरी ईजी क्वेश्चन. दो वैक्टर्स ਨੂੰ प्लस कर दो, आई कैप का कंपोनेंट आई कैप नाल ऐड करोगे. 1 - 2 कितना आएगा? इट विल बी -1 आई कैप. अगला हैगा -2 + 4 दैट इज 2 जे कैप. अगला हैगा अपने को 1 आई कैप, सॉरी 1 के एंड 5 के. 1 के 5 के दैट इज 6 के कैप. सो ये आ गया थोड़ा एडिशन ऑफ ए वैक्टर प्लस B vector. 6 questions are completed here. Let us see the next one. Now see here question number 7 and its statement. Unit vector in the direction of this one. Unit vector बेटा मैं ਤੁਹਾਨੂੰ ਦੱਸਿਆ ਸੀ ਵੀ A vector ਦਾ ਜਦੋਂ ਆਪਾਂ unit vector ਕੱਢਾਂਗੇ ਤਾਂ ਆਪਾਂ ਉਹਨੂੰ A cap ਨਾਲ denote ਕਰਾਂਗੇ. ਹੁੰਦਾ ਕੀ ਆ? A vector upon A vector ਦਾ ਮੋਡੂਲਸ. ਤਾਂ ਜਿਹੜਾ ਇਹ ਹੁਣ ਆਪਣੇ ਕੋਲ ਇੱਕ ਚੀਜ਼ ਆਊਗੀ ਨਾ, ਇਹਦਾ ਜਦੋਂ ਤੁਸੀਂ ਮੈਗਨੀਟਿਊਡ ਕੱਢੋਗੇ ਪੂਰੇ ਦਾ ਉਹ 1 ਆ ਜਾਊਗਾ. ਕਦੇ ਵੀ ਸੋਲਵ ਕਰਕੇ ਦੇਖ ਸਕਦੇ ਹੋ. ठीक है, इत्थे एरो आना. हुण देखो मैगनीट्यूड कढ़ना आपां. ए वैक्टर की है आई कैप प्लस जे कैप प्लस 2 के कैप अपॉन मैगनीट्यूड. मैगनीट्यूड की हुंदा वा कोफिशिएंट्स दे स्क्वायर दा सम. 2 दा स्क्वायर कितना हुंदा 4, 1 दा स्क्वायर 1 हुंदा, फिर 1 दा स्क्वायर कितना हुंदा 1, 4 5 6 ते एंड इट्स रूट. यानी कि ये अपने को रिजल्ट बन जूगा आई कैप अपॉन √6 प्लस जे कैप अपॉन √6 प्लस 2 के कैप अपॉन √6. ਇਹਦਾ ਪੂਰੇ ਦਾ ਕਦੇ ਮੈਗਨੀਟਿਊਡ ਕੱਢ ਕੇ ਦੇਖਿਓ. ਆਨਸਰ ਇਜ਼ ਆਲਵੇਜ਼ 1. ਐਂਡ ਆਫਟਰਵਰਡਸ ਯੂਨਿਟ ਵੈਕਟਰ ਇਨ ਦ ਡਾਇਰੈਕਸ਼ਨ ਆਫ ਪੀ ਕਿਊ. ਦੇਖੋ ਬੇਟਾ ਪੀ ਕਿਊ ਤੋਂ ਪਹਿਲਾਂ ਤੁਸੀਂ ਵੈਕਟਰ ਲਿਖੋਗੇ. ਵੈਕਟਰ ਕਿਵੇਂ ਲਿਖਣਾ ਵਾ? ਇਨੀਸ਼ੀਅਲ ਟਰਮੀਨਲ ਪੁਆਇੰਟ ਮਾਈਨਸ ਇਨੀਸ਼ੀਅਲ ਪੁਆਇੰਟ, ਫਿਰ ਉਹਦਾ ਯੂਨਿਟ ਵੈਕਟਰ ਕੱਢਣਾ. ਯੂਨਿਟ ਵੈਕਟਰ ਕੱਢਣ ਦਾ ਕਨਸੈਪਟ ਇਹੀ ਹੈ. ਸੇਮ ਇਹ ਵਾਲਾ ਕੁਐਸਚਨ ਆਪਣੇ ਕੋਲ. ਇਸ ਕੁਐਸਚਨ 'ਚ ਕੀ ਹੈ? ਏ ਵੈਕਟਰ ਵੀ ਦਿੱਤਾ ਹੋਇਆ, ਬੀ ਵੈਕਟਰ ਦਿੱਤਾ ਹੋਇਆ. ਉਹ ਕਹਿੰਦਾ ਯੂਨਿਟ ਵੈਕਟਰ ਕੱਢਣਾ a + b ਦਾ. a ਤੇ b ਨੂੰ ਐਡ ਕਰ ਲਓ, ਐਡ ਕਰਕੇ ਉਹਦਾ ਕੀ ਕੱਢੋਗੇ? यूनिट वैक्टर. ठीक है, सो ये प्रैक्टिस क्वेश्चंस ने. नैक्सट 10th आंदा वैक्टर इन द डायरेक्शन ऑफ दिस वन हैविंग मैग्नीट्यूड 8. ਆਪਾਂ ਨੂੰ ਪਤਾ ਵਾ ਵੀ ਕਿਸੇ ਵੈਕਟਰ ਦਾ ਮੈਗਨੀਟਿਊਡ 8 ਕਦੋਂ ਆਊਗਾ? ਜੇ ਆਪਾਂ ਉਹਨੂੰ ਵੈਕਟਰ ਨੂੰ 1 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 8 ਆਨਸਰ ਆਊਗਾ. ਇਟ ਮੀਨਸ ਆ ਜੋ ਵੈਕਟਰ ਦਿੱਤਾ ਹੋਇਆ ਇਹਦਾ ਆਪਾਂ ਨੂੰ ਪਹਿਲਾਂ ਕੀ ਕੱਢਣਾ ਪੈਣਾ? ਯੂਨਿਟ ਵੈਕਟਰ. ਤਾਂ ਇਹ ਵੈਕਟਰ ਜਿਹੜਾ ਹੈਗਾ ਉਹਦਾ ਆਪਾਂ ਪਹਿਲਾਂ ਕੱਢਾਂਗੇ ਯੂਨਿਟ. ਯੂਨਿਟ ਵੈਕਟਰ ਕੱਢਣ ਦਾ ਕ੍ਰਾਈਟੇਰੀਆ ਹੁੰਦਾ a ਕੈਪ, ਤੇ ਉਹ ਕੀ ਆਊਗਾ 5 i कैप माइनस जे कैप प्लस 2 के कैप ਤੇ ਅਪੋਨ ਇਹਦਾ ਕੀ ਆਊਗਾ? ਮੈਗਨੀਟਿਊਡ. 5 ਦਾ ਸਕੁਆਇਰ 25, 1 ਦਾ ਸਕੁਆਇਰ 1, 2 ਦਾ ਸਕੁਆਇਰ 4, ਕਿੰਨਾ ਹੋ ਗਿਆ ਇਹ 30. ਠੀਕ ਹੈ ਜੀ. ਸੋ ਆਈ ਜਸਟ ਰਾਈਟ ਹੇਅਰ 30. 5 i कैप माइनस जे कैप प्लस 2 के कैप अपॉन अंडर रूट कितना आएगा 30. ਇਹ ਤਾਂ ਆ ਗਿਆ ਯੂਨਿਟ ਵੈਕਟਰ. ਹੁਣ ਆਪਾਂ ਉਹ ਵੈਕਟਰ ਲੱਭਣਾ ਜਿਹਦੇ ਮੈਗਨੀਟਿਊਡ ਕਿੰਨਾ ਹੋਵੇ 8. ਤਾਂ ਆਪਾਂ ਕੀ ਕਰਾਂਗੇ? ਜਿਹੜਾ ਯੂਨਿਟ ਵੈਕਟਰ ਕੱਢਿਆ ਵਾ ਉਹਨੂੰ ਆਪਾਂ 8 ਦੇ ਨਾਲ ਕੀ ਕਰ ਦਾਂਗੇ? ਮਲਟੀਪਲਾਈ. ਯਾਨੀ ਕਿ ਜੋ ਤੁਹਾਡਾ ਉਧਰ ਆਨਸਰ ਲਿਖਿਆ ਹੋਇਆ ਵਾ ਉਹਨੂੰ 8 ਨਾਲ ਕਰ ਦੋਗੇ ਮਲਟੀਪਲਾਈ, ਯੂ ਵਿਲ ਗੈਟ ਯੂਅਰ ਆਨਸਰ. ਕੋਲੀਨੀਅਰ ਦੀ ਕੰਡੀਸ਼ਨ ਉਹੀ ਵੀ ਇਹ ਜਿਹੜੇ ਹੈਗੇ ਆ ਇੱਕ ਦੂਸਰੇ ਦੇ ਕੋਲੀਨੀਅਰ ਕਦੋਂ ਹੋਣਗੇ ਕਦੋਂ ਨਹੀਂ ਹੋਣਗੇ. ਤਾਂ ਕੋਲੀਨੀਅਰ ਦੀ ਕੰਡੀਸ਼ਨ ਲਈ ਕੀ ਚਾਹੀਦਾ? ਦੇਖੋ ਧਿਆਨ ਨਾਲ, ਆ 2 ਆ 3 ਆ 4 ਹੈ, ਆ 4 ਆ 6 ਆ 8 ਹੈ. ਨੈਗੇਟਿਵ ਸਾਈਨ ਦਾ ਫਰਕ ਪੈ ਰਿਹਾ. ਯਾਨੀ ਕਿ ਜੇ ਮੈਂ ਇਹਨੂੰ a ਵੈਕਟਰ ਦਾ ਨਾਮ ਦੇ ਦਾਂ ਤੇ ਇਹਨੂੰ ਮੈਂ ਦੇ ਦਾਂ b ਵੈਕਟਰ ਦਾ ਨਾਮ, ਤਾਂ ਜੋ b ਵੈਕਟਰ ਹੈ b ਵੈਕਟਰ ਕੈਨ ਬੀ ਰਿਟਨ ਐਜ਼ -2 ਟਾਈਮਸ a ਵੈਕਟਰ. ਜੇ ਇਦਾਂ ਦੀ ਕੰਡੀਸ਼ਨ ਹੋਲਡ ਕਰ ਜਾਵੇ ਤਾਂ ਆਪਾਂ ਕਹਿੰਦੇ ਹਾਂ ਵੈਕਟਰਸ ਆਰ ਸੈਟ ਟੂ ਬੀ ਕੋਲੀਨੀਅਰ. ਸੋ ਹੇਅਰ ਯੂਅਰ 11 questions are over. Next questions we will meet in the next video. Till the time, have a good day. Thank you.